ਤੁਸੀਂ ਫਿਰ ਆਪਣੇ ਬੱਚਿਆਂ ਕੋਲ ਕਿਉਂ ਨਹੀਂ ਜਾਂਦੇ ਜਾਂ ਫਿਰ ਉਹ ਤੁਹਾਨੂੰ ਲੈਣ ਨਹੀਂ ਆਉਂਦੇ? ਨਾ ਉਹ ਹੁਣ ਮੇਰੇ ਲੜਕੇ ਦਾ ਚੂਲਾ ਖਰਾਬ ਆ, ਉਹ ਮੰਜੇ ਤੇ ਪਿਆ ਵਾ, ਉਹਦਾ ਗੁਜ਼ਾਰਾ ਹੋਣਾ ਮੁਸ਼ਕਲ ਆ ਜੇ ਅਸੀਂ ਉਹਨੂੰ ਤੰਗ ਨਹੀਂ ਕਰ ਸਕਦੇ। ਅੱਛਾ, ਤੁਸੀਂ ਇਹ ਕਿਹਾ ਸੀ ਕਿ ਤੁਹਾਡੇ ਨੂੰਹ ਪੁੱਤ ਤੁਹਾਨੂੰ ਪੁੱਛਦੇ ਨਹੀਂ ਹਨਾ, ਤੁਸੀਂ ਇਹ ਵੀ ਕਿਹਾ ਸੀ ਤੁਹਾਡਾ ਪੁੱਤ ਬਿਮਾਰ ਹੈ, ਉਹ ਤੇ ਬੋਝ ਨਹੀਂ ਬਣਨਾ, ਪਰ ਮੇਰੀ ਨੂੰਹ ਨਹੀਂ ਮੈਨੂੰ ਪੁੱਛਦੀ ਹਨਾ। ਐਵੇਂ ਕਿਉਂ ਕਿ ਇਹ ਇੱਕ ਸਾਜ਼ਿਸ਼ ਸੀਗੀ ਕਿ ਨੂੰਹ ਪੁੱਤ ਨੂੰ ਬਦਨਾਮ ਕੀਤਾ ਜਾਵੇ ਕਿਸੇ ਵੀ ਤਰ੍ਹਾਂ ਨਾਲ? ਹੁਣ 2-4 ਸਕੂਟਰ ਕੋਈ ਆ ਜਾਂਦੇ 5-7 50-60 ਰੁਪਏ ਸਾਨੂੰ ਮਿਲ ਜਾਂਦੇ, ਕਦੇ ਭਾਵੇਂ ਹਫ਼ਤੇ 'ਚ ਕਦੇ 100 ਰੁਪਇਆ ਹੋ ਜਾਏ, ਨਹੀਂ ਤਾਂ ਇਹ 50-60-70 ਰੁਪਏ। ਅੱਛਾ, ਇਹਨਾਂ ਦੀ ਤੁਸੀਂ ਕਿਹਾ ਕਿ ਰਿਟਾਇਰ ਹੋਏ ਨੇ ਫੌਜ ਦੇ ਵਿੱਚੋਂ, ਕਿੰਨੀ ਪੈਨਸ਼ਨ ਆਉਂਦੀ? 20,000। ਹੁਣ 2-4 ਸਕੂਟਰ ਕੋਈ ਆ ਜਾਂਦੇ 5-7 50-60 ਰੁਪਏ ਸਾਨੂੰ ਮਿਲ ਜਾਂਦੇ, ਕਦੇ ਭਾਵੇਂ ਹਫ਼ਤੇ 'ਚ ਕਦੇ 100 ਰੁਪਇਆ ਹੋ ਜਾਏ, ਨਹੀਂ ਤਾਂ ਇਹ 50-60-70 ਰੁਪਏ। ਅੱਛਾ ਮਾਤਾ ਜੀ, 20,000 ਆਉਂਦੀ ਆ, ਤੁਸੀਂ ਕਹਿੰਦੇ ਹੋ ਦਿਨ ਦਾ ਸੀ 100 ਰੁਪਈਆ ਮਸਾਂ ਹੀ ਬਣਦਾ ਹਨਾ। ਕਿੰਨੇ ਸਾਲ ਹੋ ਗਏ ਇੱਥੇ ਬੈਠਿਆਂ ਨੂੰ? ਸਾਨੂੰ 42 ਸਾਲ ਹੋ ਗਏ ਰਹਿੰਦੇ ਨੂੰ, ਸਾਨੂੰ ਘਰੋਂ ਕੱਢਿਆ ਹੋਇਆ ਵਾ। ਤੁਸੀਂ ਇਹ ਕਿਹਾ ਸੀ ਕਿ ਪੁਲ ਥੱਲੇ ਰਹਿੰਦਿਆਂ ਨੂੰ ਕਾਫੀ ਸਮਾਂ ਹੋ ਗਿਆ, ਜਦ ਕਿ ਸਾਨੂੰ ਇੱਥੇ ਆ ਕੇ ਪਤਾ ਲੱਗਿਆ ਕਿ ਤੁਸੀਂ ਥੋੜਾ ਸਮਾਂ ਪਹਿਲਾਂ ਹੀ ਉੱਥੇ ਗਏ ਹੋ ਤੇ ਆ ਪਿਛਲੇ ਹਫਤੇ ਵੀ ਘਰੇ ਸੀਗੇ, ਤੇ ਫਿਰ ਇਹਦੇ ਬਾਰੇ ਵੀ ਦੱਸੋ। ਮੈਂ ਪਿਛਲੇ ਹਫਤੇ ਗਈ ਹਾਂ ਤੇ ਮੈਂ ਉੱਥੇ ਹੀ ਮੈਂ ਆਪਣੀ ਮਰਜ਼ੀ ਨਾਲ ਗਈ ਹਾਂ, ਮੈਂ ਮਰਜ਼ੀ ਨਾਲ ਆਪਣੀ ਨਾਲ ਆਈ ਹਾਂ। ਉਹ ਕਹਿੰਦੇ ਮੈਂ ਆਣਾ ਹੀ ਨਹੀਂ ਇੱਥੇ। ਹੁਣ ਉੱਥੇ ਦੱਸੋ ਮੇਰਾ ਕੀ ਕਸੂਰ ਹੈ? ਇਹ ਕਿਉਂ ਕਿਹਾ ਤੁਸੀਂ? ਇਹ ਉਹਨਾਂ ਨੇ ਮੈਨੂੰ ਮੇਰੇ ਘਰ ਵਾਲੇ ਨੇ ਕਿਹਾ ਸੀਗਾ ਵੀ ਤੂੰ ਇੱਦਾਂ ਕਹਿੰਦੇ, ਮੈਂ ਉੱਦਾਂ ਹੀ ਕਹਿ ਦਿੱਤਾ। ਮੈਨੂੰ ਕੋਈ ਪਤਾ ਨਹੀਂ ਸੀਗਾ ਵੀ ਇਹ ਕੀ ਕੁਛ ਕਹਿਣਾ ਵਾ ਕੀ ਨਹੀਂ ਕਹਿਣਾ। ਤੁਸੀਂ ਹੁਣ ਤਾਂ ਤੁਸੀਂ ਕਹਿਤਾ ਕਿ ਗਲਤ ਹੈ, ਹੁਣ ਤੁਹਾਡੀ ਵੀਡੀਓ ਦੇਖ ਕੇ ਕੁਝ ਲੋਕਾਂ ਦੇ ਦਿਲਾਂ ਦੇ ਵਿੱਚ ਇਹ ਸਵਾਲ ਆਉਣਗੇ ਵੀ ਅਸੀਂ ਗਰੀਬ ਲੋਕਾਂ ਦੀ ਮਦਦ ਨਹੀਂ ਕਰਨੀ, ਅਸੀਂ ਵੀ ਤੁਹਾਨੂੰ ਦੇਖ ਕੇ ਇਸ ਲਈ ਰੁਕੇ ਸੀ ਕਿ ਤੁਹਾਡੀ ਥੋੜੀ ਜਿਹੀ ਮਦਦ ਹੋ ਜਾਵੇ ਹਨਾ। ਤੇ ਫਿਰ ਹੁਣ ਜਿਹੜੇ ਲੋਕ ਅਸਲੀਅਤ ਦੇ ਵਿੱਚ ਜਿਹੜੇ ਗਰੀਬ ਨੇ, ਜਿਨ੍ਹਾਂ ਨੂੰ ਮਦਦ ਦੀ ਲੋੜ ਹੈ, ਉਹ ਨਹੀਂ ਕਰਨਗੇ ਹੈ ਨਾ, ਤੇ ਫਿਰ ਤੁਸੀਂ ਐਡਾ ਵੱਡਾ ਝੂਠ, ਐਡੀ ਬੜੀ ਝੂਠੀ ਕਹਾਣੀ ਕਿਉਂ ਬਣਾ ਦਿੱਤੀ? ਇਹ ਦਿਮਾਗ ਮੈਂ ਆਪਣੇ ਆਦਮੀ ਦੇ ਕਹਿਣੇ ਤੇ ਕਿਹਾ ਸੀਗਾ, ਮੈਨੂੰ ਕੋਈ ਇਹਨਾਂ ਗੱਲਾਂ ਦਾ ਪਤਾ ਨਹੀਂ ਸੀਗਾ ਵੀ ਇਹਦੇ ਇੱਥੇ ਇੰਨੀ ਝੂਠੀ ਗੱਲ ਪੈ ਜਾਣੀ ਹੈ। ਆਂਟੀ, ਤੁਸੀਂ ਇੱਥੇ ਆ ਗਏ ਨੂੰਹ ਪੁੱਤ ਦੇ ਘਰੇ ਹਨਾ ਸਪਸ਼ਟੀਕਰਨ ਦੇਣ, ਅੰਕਲ ਨਹੀਂ ਆਏ? ਉਹ ਜਿੱਦਾਂ ਵਾ ਕਹਿੰਦਾ ਮੈਂ ਨਹੀਂ ਜਾਣਾ। ਕਿਉਂ ਨਹੀਂ ਜਾਣਾ ਬਈ, ਜਦ ਇੰਨਾ ਵੱਡਾ ਝੂਠ ਬੋਲਦਾ? ਫੈਕਟਰੀ ਵਧੀਆ ਚੱਲਦੀ ਹੈ, ਰੋਟੀ ਪਾਣੀ ਵਧੀਆ ਚੱਲਦਾ ਪਿਆ, ਇਹਨਾਂ ਨੂੰ 20,000 ਪੈਨਸ਼ਨ ਲੱਗਾ ਰਹੀ ਹੈ। ਦੱਸੋ ਸਾਡੇ ਘਰ 'ਚ ਕਿਸ ਚੀਜ਼ ਦੀ ਕਮੀ ਹੈ? ਘਰ ਆ ਕੇ ਖੁਦ ਦੇਖੋ, ਏਸੀ ਨਾਲ ਏਸੀ ਹੈ, ਬੈੱਡਾਂ ਨਾਲ ਬੈੱਡ ਲੱਗੇ ਹੋਏ ਆ। ਸਤਿ ਸ਼੍ਰੀ ਅਕਾਲ, ਰੰਗਲਾ ਟੀਵੀ ਦੇਖ ਰਹੇ ਦਰਸ਼ਕਾਂ ਦਾ ਮੈਂ ਸਿਮਰਨ ਕੌਰ ਸਵਾਗਤ ਕਰਦੀ ਹਾਂ। ਬੀਤੀ ਦਿਨੀ ਤੁਹਾਡੀ ਮੁਲਾਕਾਤ ਇੱਕ ਬਜ਼ੁਰਗ ਜੋੜੇ ਦੇ ਨਾਲ ਕਰਵਾਈ ਗਈ ਸੀ, ਜਿਹੜਾ ਕਿ ਪੁਲ ਥੱਲੇ ਰਹਿ ਰਿਹਾ ਸੀ। ਵੇਖਣ ਨੂੰ ਹਾਲਾਤ ਕਾਫੀ ਤਰਸਯੋਗ ਸੀ, ਪਰ ਜਦੋਂ ਅਸੀਂ ਉਹਨਾਂ ਦੇ ਨੂੰਹ ਪੁੱਤ ਦੇ ਨਾਲ ਮੁਲਾਕਾਤ ਕੀਤੀ ਤਾਂ ਕਹਾਣੀ ਕੁਝ ਹੋਰ ਹੀ ਸਾਹਮਣੇ ਆਈ। ਨੂੰਹ ਪੁੱਤ ਵੱਲੋਂ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਬਜ਼ੁਰਗ ਜੋੜਾ ਜਿਹੜੀਆਂ ਗੱਲਾਂ ਉਹਨਾਂ ਨੇ ਪਿਛਲੀ ਵੀਡੀਓ ਦੇ ਵਿੱਚ ਕਹੀਆਂ ਸੀ, ਉਹ ਸਰਾਸਰ ਝੂਠ ਸੀ। ਇਸ ਟਾਈਮ ਅਸੀਂ ਮੌਜੂਦ ਹਾਂ ਉਸ ਬਜ਼ੁਰਗ ਮਾਤਾ ਦੇ ਨਾਲ, ਤੇ ਸਾਡੇ ਨਾਲ ਨੇ ਉਹਨਾਂ ਦੇ ਪੁੱਤਰ ਨੇ, ਤੇ ਉਹਨਾਂ ਦੇ ਘਰ ਅਸੀਂ ਬੈਠੇ ਹਾਂ। ਪੂਰੀ ਜਿਹੜੀ ਕਹਾਣੀ ਹੈਗੀ ਹੈ, ਪੂਰੀ ਸੱਚਾਈ ਹੈ ਜਿਹੜੀ ਤੁਹਾਡੇ ਸਾਹਮਣੇ ਅਸੀਂ ਹੁਣ ਲੈ ਕੇ ਆਵਾਂਗੇ ਕਿ ਇਸ ਬਜ਼ੁਰਗ ਜੋੜੇ ਨੇ ਤੇ ਇਸ ਬਜ਼ੁਰਗ ਮਾਤਾ ਨੇ ਝੂਠ ਕਿਉਂ ਬੋਲਿਆ। ਇਹਨਾਂ ਨੇ ਇਹ ਵੀ ਕਿਹਾ ਸੀ ਕਿ ਇਹ ਚੱਲ ਫਿਰ ਨਹੀਂ ਸਕਦੇ, ਪਰ ਤੁਸੀਂ ਵੇਖ ਸਕਦੇ ਹੋ ਕਿ ਹੁਣ ਮੇਰੇ ਨਾਲ ਇਹ ਇੱਥੇ ਬੈਠੇ ਨੇ। ਤੇ ਸਭ ਤੋਂ ਪਹਿਲਾ ਸਵਾਲ ਮਾਤਾ ਜੀ ਮੇਰਾ ਤੁਹਾਡੇ ਤੋਂ ਇਹੀ ਹੈ ਕਿ ਤੁਸੀਂ ਝੂਠ ਕਿਉਂ ਬੋਲਿਆ? ਮੈਂ ਝੂਠ ਆਪਣੀ ਮਰਜ਼ੀ ਨਾਲ ਬੋਲਿਆ, ਮੈਨੂੰ ਕਿਸੇ ਨੇ ਨਹੀਂ ਦਬਾਅ ਪਾਰਿਆ ਤੇ ਮੇਰਾ ਦਿਮਾਗ ਖਰਾਬ ਹੋ ਗਿਆ ਸੀ, ਇਸ ਕਰਕੇ ਮੈਂ ਝੂਠ ਬੋਲਿਆ। ਅੱਛਾ, ਤੁਸੀਂ ਇਹ ਕਿਹਾ ਸੀ ਕਿ ਤੁਹਾਡੇ ਨੂੰਹ ਪੁੱਤ ਤੁਹਾਨੂੰ ਪੁੱਛਦੇ ਨਹੀਂ ਹਨਾ, ਤੁਸੀਂ ਇਹ ਵੀ ਕਿਹਾ ਸੀ ਤੁਹਾਡਾ ਪੁੱਤ ਬਿਮਾਰ ਹੈ, ਉਹ ਤੇ ਬੋਝ ਨਹੀਂ ਬਣਨਾ, ਪਰ ਮੇਰੀ ਨੂੰਹ ਨਹੀਂ ਮੈਨੂੰ ਪੁੱਛਦੀ ਹਨਾ। ਐਵੇਂ ਕਿਉਂ ਕਿ ਇਹ ਇੱਕ ਸਾਜ਼ਿਸ਼ ਸੀਗੀ ਕਿ ਨੂੰਹ ਪੁੱਤ ਨੂੰ ਬਦਨਾਮ ਕੀਤਾ ਜਾਵੇ ਕਿਸੇ ਵੀ ਤਰ੍ਹਾਂ ਨਾਲ? ਨਹੀਂ, ਮੈਂ ਨਹੀਂ ਬਦਨਾਮ ਕਰਦੀ, ਮੇਰੇ ਨੂੰਹ ਪੁੱਤ ਬਹੁਤ ਸਾਊ ਆ, ਮੈਨੂੰ ਟਾਈਮ ਸਿਰ ਰੋਟੀ ਮਿਲਦੀ ਹੈ, ਮੈਂ ਘਰੇ ਰਹਿੰਦੀ ਸੀਗੀ ਤੇ ਮੇਰਾ ਦਿਮਾਗ ਖਰਾਬ ਹੋ ਗਿਆ, ਆਪਣੀ ਮਰਜ਼ੀ ਨਾਲ ਗਈ ਸੀ ਮੈਂ।
ਤੁਸੀਂ ਇਹ ਕਿਹਾ ਸੀ ਕਿ ਪੁਲ ਥੱਲੇ ਰਹਿੰਦਿਆਂ ਨੂੰ ਕਾਫੀ ਸਮਾਂ ਹੋ ਗਿਆ, ਜਦ ਕਿ ਸਾਨੂੰ ਇੱਥੇ ਆ ਕੇ ਇਹ ਪਤਾ ਲੱਗਿਆ ਕਿ ਤੁਸੀਂ ਥੋੜਾ ਸਮਾਂ ਪਹਿਲਾਂ ਹੀ ਉੱਥੇ ਗਏ ਹੋ ਤੇ ਆ ਪਿਛਲੇ ਹਫਤੇ ਵੀ ਘਰੇ ਸੀਗੇ, ਤੇ ਫਿਰ ਇਹਦੇ ਬਾਰੇ ਵੀ ਦੱਸੋ। ਮੈਂ ਪਿਛਲੇ ਹਫਤੇ ਗਈ ਹਾਂ ਤੇ ਮੈਂ ਉੱਥੇ ਹੀ ਮੈਂ ਆਪਣੀ ਮਰਜ਼ੀ ਨਾਲ ਗਈ ਹਾਂ, ਮੈਂ ਮਰਜ਼ੀ ਨਾਲ ਆਪਣੀ ਨਾਲ ਆਈ ਹਾਂ। ਮੈਨੂੰ ਕਿਸੇ ਨੇ ਰੋਕਿਆ ਨਹੀਂ ਆ। ਮੇਰੇ ਨੌ ਪੁੱਤ ਬਹੁਤ ਸਾਊ ਆ, ਟਾਈਮ ਸਿਰ ਮੈਨੂੰ ਰੋਟੀ ਮਿਲਦੀ ਆ, ਸਾਰਾ ਕੁਝ ਮੇਰੀ ਸੇਵਾ ਹੁੰਦੀ ਆ। ਨਹੀਂ ਹੁਣ ਇੱਥੇ ਕਹਿਣ ਦਾ ਤਾਂ ਕੋਈ ਸਵਾਲ ਹੀ ਨਹੀਂ ਉੱਠਦਾ ਹੈ ਨਾ ਕਿ ਉਸ ਟਾਈਮ ਤੁਸੀਂ ਇੰਨਾ ਝੂਠ ਬੋਲਤਾ ਕਿ ਸਾਡੇ ਕੋਲ ਖਾਤਾ ਨੰਬਰ ਨਹੀਂ ਹੈਗਾ, ਹੈ ਨਾ, ਜਦ ਕਿ ਸਾਨੂੰ ਇਹ ਪਤਾ ਲੱਗਿਆ ਹੈ ਕਿ ਤੁਹਾਡੇ ਜਿਹੜੇ ਹਸਬੈਂਡ ਨੇ ਉਹਨਾਂ ਦੀ ਪੈਨਸ਼ਨ ਆਉਂਦੀ ਹੈ ਨਾ, ਤੇ ਫਿਰ ਤੁਸੀਂ ਇਹ ਕਹਤਾ ਕਿ ਸਾਡੇ ਕੋਲ ਪੈਸੇ ਨਹੀਂ ਹੈਗੇ ਤੇ ਸਾਡੇ ਕੋਲ ਖਾਤਾ ਨੰਬਰ ਕਿੱਥੋਂ ਹੋਊ, ਹੈ ਨਾ, ਤੇ ਤੁਸੀਂ ਖੁਦ ਕਿਹਾ ਸੀ ਕਿ ਸਾਡੀ ਜੇਕਰ ਮਦਦ ਹੋ ਜਾਵੇ, ਸਾਨੂੰ ਥੋੜੇ ਜਿਹੇ ਗੱਜ ਦੀ ਜਗ੍ਹਾ ਮਿਲ ਜਾਵੇ ਤਾਂ ਸਾਡਾ ਸਮਾਂ ਵਧੀਆ ਨਿਕਲ ਜੂਗਾ। ਇਹ ਕਿਉਂ ਕਿਹਾ ਤੁਸੀਂ? ਇਹ ਉਹਨਾਂ ਨੇ ਮੈਨੂੰ ਮੇਰੇ ਘਰ ਵਾਲੇ ਨੇ ਕਿਹਾ ਸੀਗਾ ਵੀ ਤੂੰ ਇੱਦਾਂ ਕਹਿ ਦੇ, ਮੈਂ ਉੱਦਾਂ ਹੀ ਕਹਿ ਦਿੱਤਾ। ਮੈਨੂੰ ਕੋਈ ਪਤਾ ਨਹੀਂ ਸੀਗਾ ਵੀ ਇਹ ਕੀ ਕੁਛ ਕਹਿਣਾ ਵਾ ਕੀ ਨਹੀਂ ਕਹਿਣਾ। ਪਰ ਤੁਹਾਨੂੰ ਪਤਾ ਨਾ ਕਿ ਜਦੋਂ ਮੀਡੀਆ ਦੇ ਵਿੱਚ ਗੱਲ ਆਉਂਦੀ ਹੈ ਤਾਂ ਫਿਰ ਉਹ ਅੱਗ ਵਾਂਗ ਫੈਲ ਜਾਂਦੀ ਹੈ। ਤੁਹਾਨੂੰ ਪਤਾ ਕਿੰਨੇ ਲੋਕਾਂ ਨੇ ਤੁਹਾਡੀ ਇਹ ਜਿਹੜੀ ਝੂਠੀ ਕਹਾਣੀ ਸੀਗੀ ਦੇਖੀ ਸੀਗੀ ਲੋਕਾਂ ਨੇ, ਤੇ ਲੋਕ ਸਾਡੇ ਕੋਲ ਫੋਨ ਆ ਰਹੇ ਨੇ ਤੁਹਾਡੀ ਮਦਦ ਦੇ ਲਈ, ਤੇ ਹੁਣ ਉਹਨਾਂ ਦੇ ਦਿਲ ਤੇ ਕੀ ਬੀਤੇਗੀ ਕਿ ਜਦੋਂ ਉਹਨਾਂ ਨੂੰ ਇਹ ਪਤਾ ਲੱਗੇਗਾ ਕਿ ਬਜ਼ੁਰਗ ਜੋੜਾ ਝੂਠ ਬੋਲ ਰਿਹਾ ਸੀ। ਉਹਨਾਂ ਤੇ ਬਿਤੂਗੀ ਵੀ ਐਦਾਂ ਝੂਠ ਨਹੀਂ ਬੋਲਣਾ ਚਾਹੀਦਾ। ਨਹੀਂ, ਝੂਠ ਬੋਲਣਾ ਸਹੀ ਹੈ। ਹੁਣ ਇਸ ਤਰ੍ਹਾਂ ਕਰਨ ਨਾਲ ਤੁਸੀਂ ਕਹਤਾ ਕਿ ਗਲਤ ਹੈ। ਹੁਣ ਤੁਹਾਡੀ ਵੀਡੀਓ ਦੇਖ ਕੇ ਕੁਝ ਲੋਕਾਂ ਦੇ ਦਿਲਾਂ ਦੇ ਵਿੱਚ ਇਹ ਸਵਾਲ ਆਉਣਗੇ ਵੀ ਅਸੀਂ ਗਰੀਬ ਲੋਕਾਂ ਦੀ ਮਦਦ ਨਹੀਂ ਕਰਨੀ, ਅਸੀਂ ਵੀ ਤੁਹਾਨੂੰ ਦੇਖ ਕੇ ਇਸ ਲਈ ਰੁਕੇ ਸੀ ਕਿ ਤੁਹਾਡੀ ਥੋੜੀ ਜਿਹੀ ਮਦਦ ਹੋ ਜਾਵੇ, ਹੈ ਨਾ। ਤੇ ਫਿਰ ਹੁਣ ਜਿਹੜੇ ਲੋਕ ਅਸਲੀਅਤ ਦੇ ਵਿੱਚ ਜਿਹੜੇ ਗਰੀਬ ਨੇ ਜਿਨ੍ਹਾਂ ਨੂੰ ਮਦਦ ਦੀ ਲੋੜ ਹੈ ਉਹ ਨਹੀਂ ਕਰਨਗੇ, ਹੈ ਨਾ, ਤੇ ਫਿਰ ਤੁਸੀਂ ਐਡਾ ਵੱਡਾ ਝੂਠ, ਐਡੀ ਬੜੀ ਝੂਠੀ ਕਹਾਣੀ ਕਿਉਂ ਬਣਾ ਦਿੱਤੀ? ਇਹ ਦਿਮਾਗ ਮੈਂ ਆਪਣੇ ਆਦਮੀ ਦੇ ਕਹਿਣੇ ਤੇ ਕਿਹਾ ਸੀਗਾ। ਮੈਨੂੰ ਕੋਈ ਇਹਨਾਂ ਗੱਲਾਂ ਦਾ ਪਤਾ ਨਹੀਂ ਸੀਗਾ ਵੀ ਇਹ ਇੱਥੇ ਇੰਨੀ ਝੂਠੀ ਗੱਲ ਪੈ ਜਾਣੀ ਆ। ਅੱਛਾ ਸਰ, ਤੁਹਾਡੇ ਕੋਲੋਂ ਸਵਾਲ ਹੈ, ਜਿਵੇਂ ਇਹਨਾਂ ਨੇ ਕਿਹਾ ਸੀ ਕਿ ਨੂੰਹ ਪੁੱਤ ਪੁੱਛਦੇ ਨਹੀਂ, ਹੈ ਨਾ, ਜਿਵੇਂ ਅਸੀਂ ਤੁਹਾਡੇ ਨਾਲ ਗੱਲਬਾਤ ਕੀਤੀ ਤੇ ਤੁਸੀਂ ਕਿਹਾ ਕਿ ਅਸੀਂ ਇਹਨਾਂ ਨੂੰ ਕਹਿੰਦੇ ਆ ਕਿ ਘਰ ਰਹਿ ਲਓ ਪਰ ਇਹ ਆਪ ਨਹੀਂ ਰਹਿੰਦੇ, ਇਹਦੇ ਤੇ ਤੁਸੀਂ ਕੀ ਕਹੋਗੇ? ਮੈਡਮ ਮੈਂ ਤਾਂ ਕੱਲ ਵੀ ਗਿਆ ਸੀਗਾ ਉਹਨਾਂ ਕੋਲੇ ਸਵੇਰੇ 6 ਵਜੇ, ਨਾਲ ਮੇਰੀ ਗੁੜੀਆ ਗਈ ਸੀਗੀ, MSc ਨੌਨ ਮੈਡੀਕਲ 'ਚ ਪੜ੍ਹ ਰਹੀ ਹੈ, ਤੇ ਮੈਂ ਇਹਨਾਂ ਨੂੰ ਨਾਲ ਲੈ ਕੇ ਗਿਆ ਸੀਗਾ। ਮੈਂ ਕਿਹਾ ਤੁਸੀਂ ਮਾਤਾ ਘਰੇ ਚੱਲਿਆ ਕਰੋ, ਜਿਵੇਂ ਤੁਸੀਂ ਨਹੀਂ ਆ ਸਕਦੇ ਰਿਕਸ਼ੇ 'ਚ ਲੋਕਡਾਊਨ ਹੈਗਾ ਆਪਣਾ, ਤਾਂ ਮੈਂ ਤੁਹਾਨੂੰ ਐਕਟਿਵਾ 'ਤੇ ਲੈ ਜਾਇਆ ਕਰੂੰਗਾ, ਆਪਣਾ ਛੱਡ ਜਾਇਆ ਕਰੂੰ। ਚਲੋ ਡੈਡੀ ਇਕੱਲੇ ਨਹੀਂ ਰਹਿ ਸਕਦੇ ਹੈਗੇ, ਚਲੋ ਇੰਜੋਏਮੈਂਟ ਹੁੰਦੀ ਹੈ, ਲਾਈਫ ਪਾਰਟਨਰ ਹੈ, ਉਹਦੇ ਅਕੋਰਡਿੰਗ ਹੈ। ਤਾਂ ਮੈਂ ਕਿਹਾ ਚਲ ਤੁਸੀਂ ਸਵੇਰੇ ਆ ਜਾਇਆ ਕਰੋ, ਸ਼ਾਮ ਨੂੰ ਚਲੇ ਜਾਇਆ ਕਰੋ, ਜਦੋਂ ਤੁਸੀਂ ਮੈਨੂੰ ਕਹੋਗੇ ਉਦੋਂ ਮੈਂ ਤੁਹਾਨੂੰ ਲੈ ਜਾਇਆ ਕਰੂੰਗਾ। ਇਹ ਕਹਿੰਦੇ ਅਸੀਂ ਨਹੀਂ ਆਉਣਾ ਜੀ, ਮਤਲਬ ਨਹੀਂ ਸਾਡਾ। ਮੈਨੂੰ ਤਾਂ ਬੁੜੀ ਨੇ ਮੇਰੀ ਮਾਂ ਨੇ ਮੈਨੂੰ ਘਰੋਂ ਕੱਢਿਆ। ਮੈਂ ਕਿਹਾ ਜੀ ਉਹ ਤਾਂ ਜਦ ਇੱਥੇ ਹੈ ਹੀ ਨਹੀਂ। ਅੱਛਾ, ਇੱਥੇ ਇਹ ਪੁੱਛਣਾ ਉਹਨਾਂ ਨੇ ਘਰੋਂ ਕੱਢਿਆ ਜਾਂ ਫਿਰ ਬੇਦਖਲ ਕੀਤਾ, ਲੀਗਲ ਜਿਹੜਾ ਪ੍ਰੋਸੈਸ ਹੋਇਆ? ਕੋਈ ਬੇਦਖਲ ਨਹੀਂ ਕੀਤਾ ਹੋਇਆ, ਕੋਈ ਕੁਛ ਨਹੀਂ ਕੀਤਾ ਹੋਇਆ। ਇਹਨਾਂ ਦੀ ਡਰਿੰਕ ਦੀ ਸੁਸਾਇਟੀ ਗਲਤ ਸੀਗੀ, ਇਹਨਾਂ ਨਾਲ ਸ਼ਰਾਬੀ ਕਾਫੀ ਆਉਂਦੇ ਸੀਗੇ, ਤਾਂ ਉਹ ਘਰ 'ਚ ਅਲਾਉਡ ਨਹੀਂ ਹੈਗੇ। ਇਹ ਤੁਸੀਂ ਵੀ ਸਮਝਦਾਰ ਹੋ, ਹਰੇਕ ਧੀਆਂ ਭੈਣਾਂ ਵਾਲੇ ਸਮਝਦੇ ਆ ਵੀ ਡਰਿੰਕ ਹੋਣੀ ਆ ਆਪਣੇ ਘਰ ਤੱਕ ਹੋਣੀ ਆ, ਬਾਹਰਲੇ ਬੰਦਾ ਕੋਈ ਨਾ ਆਵੇ, ਠੀਕ ਹੈ ਨਾ। ਕੱਲ੍ਹ ਨੂੰ ਅਸੀਂ ਵੀ ਧੀਆਂ ਵਿਆਹਣੀਆਂ, ਅਸੀਂ ਕਿਸ ਮਕਸਦ ਤੇ ਵਿਆਹਾਂਗੇ? ਅੱਛਾ, ਮਤਲਬ ਜਿਹੜੇ ਤੁਹਾਡੇ ਫਾਦਰ ਸੀ ਉਹਨਾਂ ਦੇ ਨਾਲ ਜਿਹੜੇ ਨਸ਼ਾ ਕਰਦੇ ਸੀ ਉਹ ਘਰ ਆਉਂਦੇ ਜਾਂਦੇ ਸੀ? ਪਹਿਲਾਂ ਘਰੇ ਆਉਂਦੇ ਜਾਂਦੇ, ਸਾਰੇ ਚੰਗੇ ਭਲੇ ਆਉਂਦੇ, ਡਰਿੰਕ ਕਰਦੇ, ਨਸ਼ਾ ਤਾਂ ਕੀ ਹੁਣ ਫੌਜੀ ਰਿਟਾਇਰਡ, ਤੁਹਾਨੂੰ ਪਤਾ ਫੌਜੀ ਨੇ ਤਾਂ ਪੀਣੀ ਹੈ ਆਪਣੀ। ਕੋਈ ਇਹੋ ਜਿਹਾ ਫੌਜੀ ਕਿੰਨਾ ਸਮਾਂ ਹੋ ਗਿਆ ਰਿਟਾਇਰ ਹੋਇਆ ਨੂੰ? ਮੈਡਮ ਮੈਂ ਤਾਂ ਹੁਣ ਇੰਨਾ 78 ਦੇ, ਮੈਂ ਜਦੋਂ ਦਾ ਮੇਰਾ 78 ਦੇ ਰਿਟਾਇਰ ਹੋਇਆ, ਅਤੇ ਉਸ ਤੋਂ ਬਾਅਦ ਇਹਨਾਂ ਨੇ ਨਾ ਸਾਨੂੰ ਬਚਪਨ 'ਚ ਦੇਖਿਆ, ਭੈਣ ਨੂੰ ਦਾਦੀ ਨੇ ਪਾਲਿਆ, ਮੈਂ 22 ਸਾਲ 23 ਸਾਲ ਗੰਗਾਨਗਰ ਰਾਜਸਥਾਨ ਭੂਆ ਕੋਲੇ ਪਾਲੇ ਆ। ਅੱਛਾ, ਇਹਨਾਂ ਨੇ ਕਿਉਂ ਨਹੀਂ ਪਾਲਿਆ? ਸਾਡਾ ਬਚਪਨ ਤੱਕ ਨਹੀਂ ਦੇਖਿਆ ਹੈਗਾ, ਅਸੀਂ ਫਿਰ ਵੀ ਆਪਣਾ ਸਮਝਿਆ ਵੀ ਚਲੋ ਕੋਈ ਗੱਲ, ਜੋ ਸਾਡੇ ਕੋਲ ਟਾਈਮ ਨਿਕਲ ਗਿਆ ਉਹ ਖਤਮ ਹੋ ਗਿਆ, ਤਾਂ ਅਗਲਾ ਟਾਈਮ ਤਾਂ ਸੰਭਾਲਿਆ ਜਾਵੇ। ਅਸੀਂ ਉਹ ਪਿਆਰ ਹੁਣ ਤਾਂ ਪਾ ਲਈਏ ਵੀ ਜਦ ਸਾਡੇ ਨਾਲ ਨਹੀਂ ਕੋਈ ਪੁੱਤ ਪੋਤਿਆਂ ਨਾਲ ਹੀ ਮੋਹ ਪੈ ਜਾਊਗਾ ਇਹਨਾਂ ਦਾ, ਠੀਕ ਹੈ ਨਾ। ਉਹ ਕੋਈ ਗਲਤੀ ਹੈ ਤਾਂ ਦੱਸ ਦਿਓ ਮੈਨੂੰ। ਅੱਛਾ, ਇਹਨਾਂ ਦੀ ਤੁਸੀਂ ਕਿਹਾ ਕਿ ਰਿਟਾਇਰ ਹੋਏ ਨੇ ਫੌਜ ਦੇ ਵਿੱਚੋਂ, ਕਿੰਨੀ ਪੈਨਸ਼ਨ ਆਉਂਦੀ ਹੈ? 20,000। ਅੱਛਾ ਮਾਤਾ ਜੀ, 20,000 ਆਉਂਦੀ ਆ, ਤੁਸੀਂ ਕਹਿੰਦੇ ਹੋ ਦਿਨ ਦਾ ਸੀ 100 ਰੁਪਈਆ ਮਸਾਂ ਹੀ ਬਣਦਾ, ਹੈ ਨਾ। ਤੁਸੀਂ ਮਤਲਬ ਇੰਨਾ ਵੱਡਾ ਝੂਠ ਕਿਵੇਂ ਬੋਲਤਾ? ਤੁਹਾਨੂੰ ਇੱਕ ਵਾਰ ਵੀ ਇਹ ਨਹੀਂ ਹੋਇਆ ਵੀ ਸਾਡੇ ਨਾਲ ਬੱਚੇ ਗੱਲ ਕਰਨ ਆਏ ਨੇ? ਮੈਨੂੰ ਪਤਾ ਨਹੀਂ ਸੀਗਾ, ਜਿਵੇਂ ਮੈਨੂੰ ਮੇਰੇ ਆਦਮੀ ਨੇ ਸਮਝਾਇਆ। ਤਮਾਸ਼ੇ ਨਾਲ ਗੱਲ ਕੀਤੀ ਹੈ, ਇਹਨਾਂ ਨੂੰ ਇਹ ਨਹੀਂ ਪਤਾ ਲੱਗਾ ਵੀ ਇਹ ਮੁੱਦਾ ਕੀ ਬਣ ਜਾਊਗਾ। ਅੱਛਾ ਮਾਤਾ ਜੀ, 20,000 ਜਿਹੜਾ ਆਉਂਦਾ ਤੁਹਾਡੇ ਕੋਲ ਉਹ ਕਿੱਥੇ ਜਾਂਦਾ ਤੁਹਾਡਾ? ਅਸੀਂ ਜੋੜਦੇ ਸੀ, ਅਸੀਂ ਫਿਰ ਮਾਤਾ ਦੇ ਜਿਹੜੇ ਬਾਬੇ ਦੇ ਜਾਂਦੇ ਸੀਗੇ, ਤੇ ਉਹ ਪੈਸੇ ਜੋੜੇ ਹੋਏ ਅਸੀਂ ਲੈ ਜਾਂਦੇ ਸੀਗੇ ਜਦ ਬੱਸ ਬਾਬੇ ਦੇ ਜਾਣਾ। ਹਰੇਕ ਸਾਲ ਬੱਸਾਂ ਜਾਂਦੀਆਂ, ਕਦੇ ਇੱਕ ਜਾਣੀ ਕਦੇ 2 ਬੱਸਾਂ ਜਾਣੀਆਂ ਚਾਲੇ ਦੀਆਂ, ਉਹ ਫ੍ਰੀ ਸੇਵਾ ਲੈ ਕੇ ਜਾਂਦੇ ਸੀ। ਅਸੀਂ ਇੱਥੋਂ 8 ਚਾਲੇ ਹੋ ਗਏ ਮੇਰੇ ਮਹੱਲੇ 'ਚੋਂ, ਕਿਸੇ ਤੋਂ ਵੀ ਪੁੱਛ ਲਓ ਵੀ ਕਿਹੜਾ ਨਹੀਂ ਜਾਣ ਨਾਲ ਜਾਂਦਾ ਸੀਗਾ। ਪੈਸੇ ਜੋੜ ਕੇ ਲੈ ਕੇ ਜਾਂਦੇ। ਨਹੀਂ, ਜਿਹੜਾ ਕਿਸੇ ਤੋਂ ਅੱਜ ਤੱਕ ਕਦੇ ਰੋਟੀ ਪਾਣੀ ਦਾ ਖਰਚਾ ਨਹੀਂ ਲਿੱਤਾ, ਉਹਦੇ ਵਿੱਚ ਕਿਸੇ ਕੋਈ ਚਾਲੇ ਦਾ ਪੈਸਾ ਨਹੀਂ ਲਿੱਤਾ ਹੈਗਾ।
ਮਾਤਾ ਜੀ, ਜਿਹੜੀ ਪੈਨਸ਼ਨ ਆਉਂਦੀ ਸੀ ਉਹਦਾ ਕੀ ਕਰਦੇ ਸੀ? ਉਹ ਪੈਸੇ ਜੋੜਦੇ ਸੀ ਨਾ, ਅਸੀਂ ਮਾਤਾ ਦੇ ਜਾਣ ਬਾਬੇ ਦੇ ਜਾਣ। ਅਸੀਂ ਇਹੋ ਚੀਜ਼ ਸੋਚਦੇ ਵੀ ਇਹਨਾਂ ਨੇ ਅੱਜ ਤੱਕ ਕੋਈ ਦਾਨ ਪੁੰਨ ਨਹੀਂ ਕੀਤਾ, ਚਲੋ ਇਹਨਾਂ ਹੱਥੋਂ ਇਹੋ ਕੋਈ ਦਾਨ ਪੁੰਨ ਹੋਵੇ, ਕੋਈ 100 ਬੰਦੇ ਦੇ ਇੱਕ ਅਸੀਸ ਤਾਂ ਦਊਗਾ ਇਹ। ਵੀ ਜੇ 100 ਬੰਦਾ ਲੈ ਕੇ ਜਾ ਰਿਹਾ ਫਰੀ, ਕੋਈ ਇੱਕ ਤਾਂ ਗਰੀਬ ਬੰਦਾ ਉਹ ਜਾਊਗਾ। ਇਹਨਾਂ ਦੀ ਪੈਨਸ਼ਨ ਦੇ ਵਿੱਚੋਂ ਲੈ ਕੇ ਜਾਂਦੇ ਸੀ? ਸਭ ਇਹਨਾਂ ਦੀ ਚੀਜ਼ ਜਾਂਦਾ ਸੀ। ਪੈਨਸ਼ਨ ਤੋਂ ਜਾਂਦੀ ਸੀ, ਪੈਨਸ਼ਨ ਤੋਂ ਜਾਂਦੇ ਸੀ। ਤੁਹਾਡੀ ਮਰਜ਼ੀ ਨਾਲ? ਹਾਂ ਅਸੀਂ ਆਪ ਕਿਹਾ ਮੈਂ ਸੀ ਹਜੇ ਪਿਛਲੇ ਸਾਲ ਵੀ ਇਹਨਾਂ ਨੂੰ ਮਨਾ ਕੀਤਾ ਵੀ ਹੁਣ ਤੁਸੀਂ ਡੈਡੀ ਚੱਲ ਜਾਣੇ ਬੰਦ ਕਰ ਦਿਓ, ਕੱਲ ਨੂੰ ਆਪਾਂ ਗੁੜੀਆ ਦਾ ਵਿਆਹ ਵੀ ਦੇਖਣਾ, ਵੀ ਉਹਦਾ ਵੀ ਵਿਆਹ ਦਾ ਸੋਚੀਏ। ਕਹਿੰਦਾ ਤੂੰ ਇਹ ਮੈਨੂੰ ਕੰਮ ਨਾ ਰੋਕ, ਇਹ ਚੰਗਾ ਕੰਮ ਹੈ, ਮੈਨੂੰ ਲੱਗਿਆ ਰਹਿਣ ਦੇ। ਤੁਹਾਡੀ ਸਿਸਟਰ ਦਾ ਵਿਆਹ ਜਾਂ ਤੁਹਾਡੀ ਬੇਟੀ? ਗੁੜੀਆ, ਮੇਰੀ ਗੁੜੀਆ, ਮੈਂ ਕੱਲ ਨੂੰ ਅੱਜ MSc ਕਰ ਰਹੀ ਆ, 21 ਸਾਲ ਦੀ ਹੋ ਗਈ ਆ, ਉਹ 2-4 ਸਾਲਾਂ ਨੂੰ ਵਿਆਹਣ ਵਾਲੀ ਹੋ ਗਈ ਹੈ। 5 ਸਾਲਾਂ ਨੂੰ ਕੀ ਕਰਾਂਗੇ ਅਸੀਂ? ਅੱਜ ਤੱਕ ਮੈਂ ਸਾਰੀ ਕਮਾਈ ਉਹਦੇ ਪੜ੍ਹਾਈਆਂ ਤੇ ਲਾਈ ਹੈ। ਆਂਟੀ, ਤੁਸੀਂ ਇੱਥੇ ਆ ਗਏ ਨੂੰ ਪੁੱਤ ਦੇ ਘਰੇ ਹਨਾ ਸਪਸ਼ਟੀਕਰਨ ਦੇਣ, ਅੰਕਲ ਨਹੀਂ ਆਏ? ਉਹ ਜਿੱਦਾਂ ਵਾ ਕਹਿੰਦਾ ਮੈਂ ਨਹੀਂ ਜਾਣਾਗਾ। ਕਿਉਂ ਨਹੀਂ ਜਾਣਾ ਬਈ, ਜਦ ਇੰਨਾ ਵੱਡਾ ਝੂਠ ਬੋਲਤਾ? ਉਹ ਕਹਿੰਦੇ ਬਈ ਮਾਂ ਨੇ ਕੱਢਿਆ, ਮੈਂ ਨਹੀਂ ਉਸ ਘਰ ਪੜਨਾ ਵਾ। ਮੈਂ ਕਿਹਾ ਤੁਸੀਂ ਮਾਂ ਨੇ ਕੱਢਿਆ, ਪੁੱਤ ਤਾਂ ਬੁਲਾਉਂਦਾ ਤਾਂ ਆ ਸਕਦੇ ਨੇ। ਨਹੀਂ ਉਹ ਜਿੱਦ ਫੜੀ ਬੈਠੇ ਆ, ਕਹਿੰਦੇ ਮੈਂ ਨਹੀਂ ਆਣਾ, ਤੂੰ ਜਾ। ਅੱਛਾ, ਮੈਂ ਸੁਣਿਆ ਜੂਆ ਵਗੈਰਾ ਵੀ ਖੇਡਦੇ ਨੇ? ਨਹੀਂ ਜੂਆ ਨਹੀਂ ਖੇਲਦੇ, ਉਹ ਬਸ ਸ਼ਰਾਬ ਤੇ ਹੀ ਆ, ਇੱਕ ਸ਼ਰਾਬੀ ਆ ਉਹਨਾਂ ਕੋਲੇ। ਦਿਨ ਦੇ ਵਿੱਚ ਕਿੰਨੇ ਕੁ ਦੀ ਪੀ ਲੈਂਦੇ ਨੇ? ਉਹ ਇਹ ਨਹੀਂ ਮੈਨੂੰ ਪਤਾ ਵੀ ਕਿੰਨੇ। ਪਤਾ ਤੁਹਾਨੂੰ ਸਾਰਾ ਆਂਟੀ? ਨਹੀਂ ਇਹ ਮੈਂ ਨਹੀਂ ਕਹਿੰਦੀ, ਮੈਂ ਕਿਹੜਾ ਠੇਕਿਆਂ ਤੇ ਜਾਂਦੀ ਆ ਨਾ ਲੈ ਕੇ ਆਓ, ਜਦ ਮੇਰੇ ਕੋਲ। ਨਹੀਂ, ਤੁਸੀਂ ਇੰਨਾ ਵੱਡਾ ਝੂਠ ਬੋਲਦਾ, ਤੁਹਾਡੇ ਨਾਲ ਰਹਿੰਦੇ, ਤੁਹਾਨੂੰ ਪਤਾ ਸਾਰਾ ਕਿੰਨੇ ਦਾ ਨਸ਼ਾ ਕਰਦੇ ਹੋ। ਨਹੀਂ ਨਾ, ਬਸ ਸ਼ਰਾਬ ਹੀ ਪੀਂਦੇ ਆ, ਉਹ ਚਾਹੇ ਦਿਨੇ ਲਾ ਲਵੇ, ਚਾਹੇ ਕਿੰਨੇ ਦੀ ਆਉਂਦੀ ਆ ਕਿੰਨੇ ਦੀ ਨਹੀਂ, ਮੈਂ ਨਹੀਂ ਉਹਨਾਂ ਤੋਂ ਪੁੱਛਿਆ। ਪਤਾ ਸਾਰਾ ਆਂਟੀ, ਤੁਸੀਂ ਕੱਲ ਵੀ ਕਿੰਨਾ ਝੂਠ ਬੋਲਿਆ। ਝੂਠ ਬੋਲਿਆ ਹੈ, ਤੇ ਸ਼ਰਾਬ ਦਾ ਮੈਨੂੰ ਕੋਈ ਪਤਾ ਨਹੀਂਗਾ ਵੀ ਕਿੰਨੇ ਦੀ ਆਉਂਦੀ ਆ ਕਿੰਨੇ ਦੀ ਨਹੀਂ ਆਉਂਦੀ, ਕਿੰਨੇ ਦੀ ਪੀਂਦੇ ਮੇਰੇ ਇਹ ਸਾਹਮਣੇ। ਦਿੱਲੀ ਪਊਆ ਦੀ ਤਾਂ ਲਾਣੇ ਲਾਣਾ ਜੀ। ਉਹ ਪਊਆ ਲੈ ਕੇ ਆਉਂਦਾ, ਆਦੀਆ ਲੈਂਦਾ, ਮੈਨੂੰ ਨਹੀਂ ਪਤਾ। ਮੈਂ ਤਾਂ ਬਥੇਰਾ 2 ਵਾਰੀ ਕਿਹਾ ਵੀ ਆ ਉਹਨਾਂ ਨੂੰ ਵੀ ਘਰੇ ਬੈਠੋ, ਆਪਣਾ ਫੈਕਟਰੀ ਚੱਲਦੀ ਆ, ਅਸੀਂ ਕੰਮ ਕਰ ਰਹੇ ਆ, ਅਸੀਂ ਕੰਮ ਕਰ ਰਹੇ ਆ, ਵੀ ਤੁਸੀਂ ਆਪਣਾ ਇੱਥੇ ਚਿੱਟਾ ਕੁੜਤਾ ਪਾ ਕੇ ਬਹਿ ਜਾਓ, 3 ਟਾਈਮ ਦੀ ਰੋਟੀ ਖਾਓ, ਤੇ ਆਪਣਾ ਜੇ ਕਿ ਬਾਈ ਚਾਂਸ ਮੈਨੂੰ ਮਾਰਕੀਟ ਜਾਣਾ ਪੈਂਦਾ, ਪਿੱਛੋਂ ਧਿਆਨ ਤਾਂ ਹੋਊਗਾ, ਸਿਆਣੇ ਬੰਦੇ ਦਾ ਬੈਠਾ ਹੈਗਾ। ਕਹਿੰਦਾ ਜੀ ਮੈਂ ਨਹੀਂ ਇਹ ਕਰ ਸਕਦਾ ਜੀ। ਮਤਲਬ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਉਹਨਾਂ ਨੂੰ ਬਾਹਰ ਰਹਿਣ ਦੇ ਆਦੀ ਹੋ ਗਏ ਨੇ? ਉਹ ਸ਼ੁਰੂ ਤੋਂ ਹੀ ਆਦੀ ਹੋਏ ਆ, ਉਹਨਾਂ ਨੂੰ ਇੱਥੇ ਕਾ ਕੇ 4 ਦੀਵਾਰੀ 'ਚ ਘੁੱਟਣ ਮਹਿਸੂਸ ਹੁੰਦੀ ਹੈ। ਉਹ ਕਹਿੰਦੇ ਮੈਂ ਆਣਾ ਹੀ ਨਹੀਂ ਇੱਥੇ। ਹੁਣ ਉੱਥੇ ਦੱਸੋ ਮੇਰਾ ਕੀ ਕਸੂਰ ਹੈ? ਤੁਸੀਂ ਦੇਖ ਸਕਦੇ ਹੋ ਕਿ ਪੁੱਤ ਵੱਲੋਂ ਕਿਹਾ ਜਾ ਰਿਹਾ ਕਿ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਅਸੀਂ ਆਪਣੇ ਮਾਤਾ ਪਿਤਾ ਨੂੰ ਘਰੇ ਲੈ ਕੇ ਆਈਏ, ਪਰ ਉਹ ਖੁਦ ਬਾਹਰ ਰਹਿਣ ਦੇ ਆਦੀ ਨੇ। ਤੇ ਇਹ ਜਿਹੜਾ ਝੂਠ ਸੀਗਾ, ਇਹ ਹੁਣ ਸਾਡੇ ਸਾਹਮਣੇ ਆ ਰਿਹਾ ਕਿ ਕਿਸ ਤਰ੍ਹਾਂ ਇਹਨਾਂ ਨੇ ਝੂਠ ਬੋਲਿਆ ਤੇ ਕਿਸ ਤਰ੍ਹਾਂ ਅੱਜ ਇਹਨਾਂ ਦੇ ਬੇਟੇ ਨੂੰ ਨਾਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ। ਉੱਥੇ ਹੀ ਇਹਨਾਂ ਦੀ ਪਤਨੀ ਕੈਮਰੇ ਸਾਹਮਣੇ ਨਹੀਂ ਆ ਰਹੀ, ਕਿਉਂਕਿ ਉਹ ਉਸ ਦਿਨ ਦੇ ਹੀ ਕਹਿ ਸਕਦੇ ਆ ਕਿ ਡਿਪਰੈਸ਼ਨ ਦੇ ਵਿੱਚ ਨੇ ਕਿ ਇਹ ਕੀ ਹੋ ਗਿਆ ਸਾਡੇ ਨਾਲ। ਅੱਛਾ ਸਰ, ਮੈਨੂੰ ਇਹ ਦੱਸੋ ਕਿ ਜਿਹੜੇ ਇਹਨਾਂ ਨੇ ਝੂਠ ਬੋਲਿਆ, ਉਸ ਤੋਂ ਬਾਅਦ ਤੁਹਾਨੂੰ ਕਿਸੇ ਦਾ ਫੋਨ ਵਗੈਰਾ ਤਾਂ ਨਹੀਂ ਆਇਆ ਜਾਂ ਕੁਝ ਐਵੇਂ ਦਾ ਕੁਝ ਹੋਇਆ ਹੋਵੇ? ਮੇਰੇ ਕੋਲ ਕੱਲ ਮੈਡਮ ਇਟਲੀ ਤੋਂ ਫੋਨ ਆਇਆ ਸੀ, ਕਿਉਂ ਉਹ ਵੀ ਮੈਨੂੰ ਕੁਝ ਨਹੀਂ ਪਤਾ ਸੀਗਾ। ਮੈਨੂੰ ਕਹਿੰਦੇ ਇੱਕ ਅਕਾਊਂਟ ਨੰਬਰ ਸੈਂਡ ਕਰ। ਮੈਨੂੰ ਕੱਲ ਸਵੇਰੇ ਜੋ 6 ਵਜੇ ਬੁਲਾਇਆ ਅਕਾਊਂਟ ਸੈਂਡ ਕਰਾਉਣ ਨੂੰ, ਵੀ ਉਹ ਬੰਦੇ ਦਾ ਫੋਨ ਆ ਰਿਹਾ, ਮੈਂ ਕੋਈ ਸੇਵਾ ਭੇਜਣੀ ਹੈ, ਵੀ ਉਹ ਬਜ਼ੁਰਗਾਂ ਤੱਕ ਪਹੁੰਚਾ ਦਿਓ। ਅੱਛਾ, ਤੇ ਉਹ ਤੁਹਾਡੇ ਹੀ ਮਾਤਾ ਪਿਤਾ ਨਿਕਲੇ ਵੀਡੀਓ 'ਚ? ਮੇਰੀ ਗੱਲ ਤਾਂ ਸੁਣੋ, ਉਹ ਤੁਹਾਨੂੰ ਕਲੀਅਰ ਕਰਦਾ ਮੈਂ। ਉਹਦਾ ਫੋਨ ਕੀਤਾ ਤੇ ਮੈਨੂੰ ਕਹਿੰਦਾ ਤੁਸੀਂ ਕੌਣ? ਮੈਂ ਕਿਹਾ ਜੀ ਮੈਂ ਉਹਨਾਂ ਦਾ ਰਿਲੇਟਿਵ ਹੈ। ਕਹਿੰਦਾ ਸਰ ਇਹ ਐਵੇਂ ਕਿਵੇਂ ਕਰਦੇ ਪਏ ਆ, ਆਪਣੇ ਪੰਜਾਬ 'ਚ ਇਹ ਕੰਮ ਕਿਉਂ ਹੋ ਰਿਹਾ ਹੈਗਾ? ਮੈਂ ਕਿਹਾ ਸਰ ਹੁਣ ਮੈਂ ਕੀ ਕਹਿ ਸਕਦਾ ਇਹਦੇ ਬਾਰੇ। ਤੇ ਉਹ ਕਹਿੰਦੇ ਸਰ ਇਹਨਾਂ ਮਾਂ ਪਿਓ ਦਾ ਜਿਹੜੀ ਔਲਾਦ ਹੈ ਇੰਨੀ ਗੰਦੀ ਆ, ਮਾਂ ਪਿਓ ਨੂੰ ਉੱਥੇ ਬਾਹਰ ਸੁੱਟਿਆ ਹੋਇਆ। ਜਦੋਂ ਉਹਨੇ ਇੰਨੀ ਗੱਲ ਕਹੀ ਤੇ ਤੁਹਾਨੂੰ ਪਤਾ ਖੂਨ ਤਾਂ ਭੜਕਣਾ ਹੀ ਆ, ਫਿਰ ਤਾਂ ਗਲਤੀਆਂ ਸਾਹਮਣੇ ਆਣੀਆਂ। ਫਿਰ ਮੈਂ ਕਿਹਾ ਜੀ ਮੈਂ ਉਹਨਾਂ ਦਾ ਲੜਕਾ ਬੋਲ ਰਿਹਾ ਖੁਦ, ਮੈਨੂੰ ਤੁਹਾਡੇ ਇੱਕ ਪੈਸੇ ਦੀ ਲੋੜ ਨਹੀਂ ਹੈਗੀ। ਇਹ ਲੋਕ ਉੱਥੇ ਤੱਕ ਕਹਾਣਾ ਨਹੀਂ ਪਹੁੰਚਾਉਣ ਦਿੰਦੇ ਹੈਗੇ ਜਿੱਥੇ ਤੱਕ ਪਹੁੰਚਣਾ ਚਾਹੀਦਾ, ਜਿੱਥੇ ਤੱਕ ਸੇਵਾ ਜਾਣੀ ਚਾਹੀਦੀ ਹੈ। ਮੈਂ ਮੇਰੀ ਪਰਮਾਤਮਾ ਟੱਚ ਵੁੱਡ ਹੈ, ਫੈਕਟਰੀ ਵਧੀਆ ਚੱਲਦੀ ਹੈ, ਰੋਟੀ ਪਾਣੀ ਵਧੀਆ ਚੱਲਦਾ ਪਿਆ। ਇਹਨਾਂ ਨੂੰ 20,000 ਪੈਨਸ਼ਨ ਲੱਗ ਆ ਰਹੀ ਹੈ। ਦੱਸੋ ਸਾਡੇ ਘਰ 'ਚ ਕਿਸ ਚੀਜ਼ ਦੀ ਕਮੀ ਹੈ? ਘਰ ਆ ਕੇ ਖੁਦ ਦੇਖੋ, ਏਸੀ ਨਾਲ ਏਸੀ ਹੈ, ਬੈੱਡਾਂ ਨਾਲ ਬੈੱਡ ਲੱਗੇ ਹੋਏ ਆ। ਬਿਲਕੁਲ, ਕਿਹਾ ਪੁੱਤਾਂ ਨੂੰ ਹਮੇਸ਼ਾ ਕਪੁੱਤ ਕਿਹਾ ਜਾਂਦਾ ਤੇ ਅੱਜ ਕੱਲ੍ਹ ਵੈਸੇ ਵੀ ਦੌਰ ਚੱਲ ਰਿਹਾ ਕਿ ਅਸੀਂ ਅਕਸਰ ਖਬਰਾਂ ਦੇਖਦੇ ਹਾਂ ਕਿ ਮਾਪਿਆਂ ਨੂੰ ਘਰੋਂ ਕੱਢਿਆ ਜਾਂਦਾ ਤੇ ਕਿਤੇ ਨਾ ਕਿਤੇ ਇੱਥੇ ਇਹ ਵੀ ਕਹਿ ਸਕਦੇ ਹਾਂ ਕਿ ਜਿਹੜੇ ਬਜ਼ੁਰਗ ਨੇ ਉਹਨਾਂ ਦਾ ਵੀ ਹੱਥ ਹੁੰਦਾ ਹੈ, ਕਿਉਂਕਿ ਉਹ ਕਈ ਵਾਰ ਆਪਣੇ ਬੱਚਿਆਂ ਦੀ ਗੱਲ ਨਹੀਂ ਮੰਨਦੇ। ਇੱਥੇ ਇਸ ਕਹਾਣੀ ਦੇ ਵਿੱਚ ਸਿੱਧਾ ਉਹਨਾਂ ਨੇ ਵੀ ਦੱਸਿਆ ਤੇ ਦਿਖ ਵੀ ਰਿਹਾ ਕਿ ਪਰਿਵਾਰ ਵੱਲੋਂ ਪਹਿਲਾਂ ਵੀ ਕਈ ਵਾਰ ਇਹਨਾਂ ਨਾਲ ਅਪਰੋਚ ਕੀਤੀ ਗਈ ਹੈ ਕਿ ਤੁਸੀਂ ਘਰੇ ਬੈਠੋ, ਘਰੇ ਬਿਠਾਇਆ, ਤੁਸੀਂ ਬੈਠੋ ਆਰਾਮ ਨਾਲ, ਤੁਹਾਨੂੰ ਰੋਟੀ ਪਾਣੀ ਦਿੱਤਾ ਜਾਊਗਾ, 3 ਟਾਈਮ ਰੋਟੀ ਪਾਣੀ ਦਿੱਤਾ ਜਾਊਗਾ। ਪਰ ਇਹ ਬਜ਼ੁਰਗ ਜੋੜਾ ਖੁਦ ਆਪਣੀ ਮਰਜ਼ੀ ਨਾਲ ਉੱਥੇ ਰਹਿ ਰਿਹਾ ਤੇ ਇਹਨਾਂ ਨੇ ਇਹ ਵੀ ਝੂਠ ਬੋਲਿਆ ਸੀ ਕਿ ਦਿਨ ਦੇ ਵਿੱਚ ਅਸੀਂ 100 ਰੁਪਈਆ ਕਮਾਉਂਦੇ, ਜਦ ਕਿ ਮਹੀਨੇ ਦਾ 20,000 ਗਿਰਦਾ ਇਹਨਾਂ ਕੋਲ।
ਅੱਛਾ, ਹੁਣ ਇੰਨਾ ਰਾਇਤਾ ਤਾਂ ਤੁਸੀਂ ਫੈਲਾਈ ਦਿੱਤਾ ਹਨਾ, ਬਦਨਾਮੀ ਵੀ ਕਰਤੀ ਉਹਨਾਂ ਦੀ, ਸਾਰੇ ਉਹਨਾਂ ਨੂੰ ਬੁਰਾ ਭਲਾ ਕਹਿ ਰਹੇ ਨੇ ਕਿ ਪੁੱਤ ਕਪੁੱਤ ਹੋ ਗਏ ਹੈ, ਨੂੰਹਾਂ ਨਹੀਂ ਪੁੱਛਦੀਆਂ, ਜਦ ਕਿ ਨੂੰਹ ਤੁਹਾਡੀ ਇੰਨੀ ਚੰਗੀ ਭਲੀ ਹੈ, ਸਕੂਲ ਦੇ ਵਿੱਚ ਟੀਚਰ ਹੈ ਹਨਾ, ਇੰਨਾ ਕਰਦੀ ਹੈ ਤੁਹਾਡਾ ਉਹ ਹੈ ਨਾ। ਤੇ ਫਿਰ ਹੁਣ ਇੰਨਾ ਕੁਛ ਤਾਂ ਕਰਤਾ, ਬਦਨਾਮੀ ਕਰਤੀ, ਹੁਣ ਇਹਨਾਂ ਕੋਲ ਰਹਿਣਾ ਵੀ ਆ ਜਾਂ ਨਹੀਂ? ਰਹਿਣਾ ਵਾ। ਮੇਰੇ ਪੁੱਤ ਨੂੰ ਕੁਝ ਨਾ ਹੋਵੇ, ਨਾ ਮੇਰੀ ਨੂੰਹ ਨੂੰ ਕੁਝ ਹੋਵੇ, ਮੇਰੀ ਸੇਵਾ ਫੁੱਲ ਹੁੰਦੀ ਆ। ਮੈਂ ਹੁਣ ਕਿਤੇ ਨਹੀਂ ਜਾਊਂਗੀ, ਮੈਂ ਇਹਨਾਂ ਕੋਲੇ ਰਹੂੰਗੀ। ਕਿਉਂਕਿ ਇਹ ਨਾ ਹੋਵੇ ਤੁਸੀਂ ਅੱਜ ਕੈਮਰੇ ਮੂਹਰੇ ਕਹਿਤਾ, ਤੁਸੀਂ ਸਾਡੇ ਦਰਸ਼ਕਾਂ ਨੂੰ ਕਹਿਤਾ ਵੀ ਤੁਸੀਂ ਰਹੋਗੇ, ਇਹ ਨਾ ਹੋਵੇ ਤੁਸੀਂ ਕੱਲ ਨੂੰ ਫੇਰ ਚਲੇ ਜਾਵੋ, ਕੱਲ ਨੂੰ ਫੇਰ ਤੁਸੀਂ ਕਿਸੇ ਕੋਲ ਜਾ ਕੇ ਉਹ ਕਰੋ। ਨਹੀਂ, ਮੈਂ ਹੁਣ ਇਹਨਾਂ ਦੀ ਬਦਨਾਮੀ ਨਹੀਂ ਹੋਣ ਦਿੰਦੀ। ਹੁਣ ਜਿਹੜੀ ਹੋ ਗਈ ਉਹ ਭੁੱਲ ਹੋ ਗਈ, ਮੇਰੀ ਗਲਤੀ ਆ ਹੈ, ਤੇ ਹੁਣ ਨਹੀਂ ਇਹਨਾਂ ਦੀ ਬਦਨਾਮੀ, ਹੁਣ ਇਹਨਾਂ ਕੋਲੇ ਹੀ ਰਹੂੰਗੀ। ਤੇ ਅੰਕਲ ਜੀ ਨੇ ਅਗਰ ਮਨਾ ਕੀਤਾ ਫਿਰ ਕੀ ਕਰੋਗੇ? ਅੰਕਲ ਆਵੇ ਨਾ ਆਵੇ, ਮੈਨੂੰ ਉਹਦੀ ਜ਼ਿੰਮੇਵਾਰੀ ਨਹੀਂ ਹੈਗੀ। ਮਤਲਬ ਗਲਤੀ ਮੰਨਦੇ ਹੋ ਵੀ ਗਲਤੀ ਹੋਈ ਹੈ? ਹਾਂ, ਮੈਂ ਆਪਣੇ ਘਰ ਵਾਲੇ ਦੀ ਗਲਤੀਆਂ ਤੋਂ ਆ ਕੇ ਮੈਂ ਨੌ ਪੁੱਤ ਨੂੰ ਆਪਣਾ ਗਲਤੀ ਬੋਲ ਬੈਠੀ ਹਾਂ। ਹੁਣ ਅੱਗੇ ਤੋਂ ਨੌ ਪੁੱਤ ਕੋਲੇ ਰਹੂੰਗੀ, ਮੈਂ ਉੱਥੇ ਨਹੀਂ ਜਾਊਂਗੀ। ਇਸ ਦੇ ਨਾਲ ਹੀ ਸਾਡੇ ਇਸ ਬਜ਼ੁਰਗ ਜੋੜੇ ਦੇ ਹੋਰ ਪਰਿਵਾਰਿਕ ਮੈਂਬਰ ਵੀ ਮੌਜੂਦ ਨੇ, ਉਹਨਾਂ ਤੋਂ ਪੁੱਛਦੇ ਹਾਂ ਕਿ ਇਹ ਸਾਰਾ ਸੱਚ ਸੀ, ਕਿਵੇਂ ਸੀ, ਕਿਵੇਂ ਕੀ ਹੋਇਆ ਸਾਰਾ, ਉਹਨਾਂ ਤੋਂ ਵੀ ਇੱਕ ਵਾਰ ਜਾਣ ਲੈਂਦੇ ਆ। ਅੱਛਾ, ਤੁਸੀਂ ਇਹਨਾਂ ਦੇ ਕੀ ਲੱਗਦੇ ਹੋ, ਜਿਹੜੇ ਬਜ਼ੁਰਗ ਉਹ ਅੰਕਲ ਆਂਟੀ ਸੀ? ਇਹ ਸਾਡੇ ਮਤਲਬ ਬ੍ਰਦਰ ਹੀ ਲੱਗਦੇ, ਮਤਲਬ ਉਹਨਾਂ ਦੇ ਘਰੋਂ ਹੈ, ਭਤੀਜਾ ਲੱਗਦਾ ਸਾਡਾ ਇਹ। ਅੱਛਾ, ਉਹਨਾਂ ਨੇ ਸਾਰਿਆਂ ਦੇ ਸਾਹਮਣੇ ਇੰਨਾ ਵੱਡਾ ਝੂਠ ਬੋਲਤਾ ਕਿ ਸਾਡੇ ਜਿਹੜੇ ਨੂੰਹ ਪੁੱਤ ਨੇ ਉਹ ਜ਼ੀਰਾ ਰਹਿੰਦੇ ਨੇ, ਪਰ ਜਦ ਕਿ ਉਹ ਲੁਧਿਆਣਾ ਦੇ ਵਿੱਚ ਹੀ ਰਹਿੰਦੇ ਨੇ। ਤੇ ਤੁਸੀਂ ਸਾਨੂੰ ਇਹ ਦੱਸੋ ਕਿ ਜਿਹੜਾ ਕੁਝ ਹੁਣ ਮਾਤਾ ਨੇ ਕਿਹਾ ਤੁਹਾਡੇ ਸਾਹਮਣੇ, ਇਹ ਕਿੰਨਾ ਕੁ ਝੂਠ ਸੀ ਤੇ ਕਿੰਨਾ ਕੁ ਸੱਚ ਸੀ? ਇਹ ਸਾਰਾ ਹੀ ਝੂਠ ਸੀਗਾ ਜੀ, ਕੋਈ ਇਹਦੇ 'ਚ ਸੱਚ ਵਾਲੀ ਗੱਲ ਹੀ ਨਹੀਂ ਸੀਗੀ। ਕਿਉਂਕਿ ਅਸੀਂ ਤਾਂ ਸਾਨੂੰ ਵੀ ਤਕਰੀਬਨ ਬਚਪਨ ਸਾਡਾ ਸਾਰਾ ਇਸ ਘਰ 'ਚ ਹੀ ਪਲਿਆ, ਔਰ ਤੇ ਜਿਸ ਹਿਸਾਬ ਦੇ ਨਾਲ ਇਹਨਾਂ ਨੇ ਮਤਲਬ ਮੁਲਾਕਾਤ ਦਿਖਾਈ ਸੀਗੀ, ਉਹ ਸਾਰੀ ਫਰੋਡ ਸੀ, ਉਹ 'ਚ ਕੋਈ ਵੀ ਸੱਚਾਈ ਨਹੀਂ ਸੀਗੀ। ਜਦ ਕਿ ਦੇਖੋ, ਇੱਕ 20,000 ਰੁਪਏ ਜਿਸ ਇਨਸਾਨ ਨੂੰ ਪੈਨਸ਼ਨ ਆ ਰਹੀ ਹੈ, ਉਦਣ ਉਹ ਕਹਿ ਰਿਹਾ ਵੀ ਅਸੀਂ 60-70 ਰੁਪਏ ਦੇ ਉੱਤੇ ਗੁਜ਼ਾਰਾ ਕਰ ਰਹੇ ਹਾਂ, ਠੀਕ ਹੈ ਜੀ। ਔਰ 60-70 ਰੁਪਏ ਦੇ ਉੱਤੇ ਗੁਜ਼ਾਰਾ ਕਰਕੇ ਤਾਂ ਐਡਾ ਵੱਡਾ ਪਰਿਵਾਰ ਨਹੀਂ ਪੜਾਇਆ ਜਾਂਦਾ, ਠੀਕ ਹੈ ਜੀ। ਜਿਸ ਇਨਸਾਨ ਨੂੰ ਸਰਕਾਰੀ ਪੈਨਸ਼ਨ 20,000 ਰੁਪਏ ਆਉਂਦੀ ਆ, ਉਹ ਕਿੱਥੇ ਅੜਾ ਰਿਹਾ ਇਹ ਤਾਂ ਉਹ ਆਪ ਖੁਦ ਦੱਸ ਸਕਦਾ, ਠੀਕ ਹੈ ਜੀ। ਲੇਕਿਨ ਇਹ ਹੈ ਵੀ ਬੱਚਾ ਜੋ ਵੀ ਭਤੀਜਾ ਸਾਡਾ ਮਿਹਨਤ ਕਰਦਾ, ਮਿਹਨਤ ਕਰਕੇ ਆਪਣੇ ਪਰਿਵਾਰ ਨੂੰ ਪਾਲ ਰਿਹਾ, ਜਦ ਕਿ ਉਹਨਾਂ ਨੂੰ ਵੀ ਇਹ ਕਹਿ ਰਿਹਾ ਵੀ ਹਾਂ ਵੀ ਤੁਸੀਂ ਵੀ ਘਰੇ ਬੈਠ ਕੇ ਆਪਣਾ ਜੋ ਇੱਥੇ ਰੋਟੀ ਪਾਣੀ ਖਾਓ। ਜਦੋਂ ਘਰੇ ਨਹੀਂ ਰਹਿ ਕੇ ਖੁਸ਼, ਕੋਈ ਜ਼ਬਰਦਸਤੀ ਤਾਂ ਅਗਲਾ ਕਿਸੇ ਨੂੰ ਕਰ ਨਹੀਂ ਸਕਦਾ। ਮਤਲਬ ਤੁਹਾਡੇ ਭਤੀਜੇ ਵੱਲੋਂ ਕਿਹਾ ਜਾਂਦਾ ਹੈ ਕਿ ਅਸੀਂ ਤੁਹਾਡੀ ਸੇਵਾ ਕਰਨ ਲਈ ਤਿਆਰ ਆ, ਪਰ ਉਹ ਖੁਦ ਨਹੀਂ ਆਉਂਦਾ। ਇਹ 'ਚ ਕੋਈ ਇਹ 'ਚ ਸ਼ੱਕ ਨਹੀਂ ਹੈਗੀ ਵੀ ਹਾਂ ਵੀ ਇਹ ਬੰਦਾ ਝੂਠ ਬੋਲਦਾ, ਲੇਕਿਨ ਜੋ ਝੂਠ ਆ ਉਹਨਾਂ ਕੋ ਨਹੀਂ ਬੋਲਿਆ ਗਿਆ। ਅੱਛਾ, ਤੁਸੀਂ ਵੀ ਇਹਨਾਂ ਦੇ ਰਿਸ਼ਤੇਦਾਰ ਹੋ? ਜੀ ਮੈਡਮ, ਬਿਲਕੁਲ ਮੈਂ ਰਿਸ਼ਤੇਦਾਰ। ਅੰਕਲ ਆਂਟੀ ਕਿਉਂ ਨਹੀਂ ਘਰ ਆ ਰਹੇ? ਇਹ ਇੱਦਾਂ ਜੀ, ਦੇਖੋ ਇਹ ਐਕਚੁਅਲੀ ਜਿਹੜੇ ਇਹਨਾਂ ਦੇ ਆਪਣਾ ਬੇਟਾ ਹੈਗਾ ਵਾ, ਉਹਦੀ ਵਾਈਫ ਯਾਨੀ ਮੇਰੀ ਸਿਸਟਰ ਹੈਗੀ, ਠੀਕ ਹੈ ਜੀ। ਇਹ ਸ਼ੁਰੂ ਤੋਂ ਹੀ ਜਦੋਂ ਦਾ ਮੈਰਿਜ ਹੋਈ ਹੈ, ਦੇਖੋ ਗੱਲ ਇੱਦਾਂ ਹੈਗਾ ਵੀ 20,000 ਰੁਪਇਆ ਇਜ਼ ਨਾਟ ਅ ਸਮਾਲ ਅਮਾਊਂਟ। 20,000 ਆਂਦਾ ਤੇ ਅੰਕਲ ਨੂੰ ਗੱਲਾਂ ਆਉਂਦੀਆਂ। ਜਿਸ ਬਜ਼ੁਰਗ ਨੂੰ ਵਾਕਈ ਹੀ ਕਿਸੇ ਦੀ ਜ਼ਰੂਰਤ ਹੋਵੇ ਜਾਂ ਵਾਕਈ ਹੀ ਅਸਹਾਏ ਹੋਵੇ, ਜਿਹਨੂੰ ਪਤਾ ਕਿ ਸਾਡਾ ਬੁਢਾਪਾ ਹੈਗਾ, ਉਹ ਕਦੇ ਝੂਠ ਦੀ ਬੁਨਿਆਦ ਨਹੀਂ ਕਰੇਗਾ। ਅੰਕਲ ਨੂੰ ਪਤਾ ਅੱਜ ਮੇਰੇ ਕੋਲ 20,000 ਆਂਦਾ, ਮੈਂ ਆਪਣੀ ਸ਼ਰਾਬ ਵੀ ਪੀ ਸਕਦਾ, ਮੈਂ ਆਪਣੇ ਹਰ ਖਰਚੇ ਵੀ ਕਰ ਸਕਦਾ ਹੈਗਾ, ਠੀਕ ਹੈ ਨਾ ਜੀ। ਉਹ ਜੋ ਮਰਜ਼ੀ ਕੈਮਰੇ ਸਾਹਮਣੇ ਵੀ ਜੋ ਮਰਜ਼ੀ ਗੱਲ ਕਰਦੇ, ਠੀਕ ਹੈ ਨਾ। ਜੇ ਉਹੀ ਅੱਜ ਦੇ ਅਸਹਾਏ ਹੋਵੇ ਬਜ਼ੁਰਗ, ਉਹ ਅੱਜ ਤੱਕ ਕੋਈ ਅਸਹਾਏ ਬਜ਼ੁਰਗ ਆਪਣੇ ਬੱਚਿਆਂ ਵਾਸਤੇ ਗੱਲ ਨਹੀਂ ਕਰਦਾ, ਠੀਕ ਹੈ ਨਾ। ਜਦੋਂ ਪੈਸਾ ਹੈ ਤਾਂ ਗੱਲ ਹੋ ਜਾਂਦੀ ਹੈ। ਅਸੀਂ ਤਾਂ ਸ਼ੁਰੂ ਤੋਂ ਇਹ ਗੱਲ ਦੇਖੀ ਹੈਗੀ ਆ। ਹੁਣ ਆ ਦੇਖੋ, ਆਂਟੀ ਜੀ ਥੋੜ੍ਹੀ ਦੇਰ ਪਹਿਲੇ ਆਪਣਾ ਇਹਨਾਂ ਨੇ ਕੱਲ੍ਹ ਵੀਡੀਓ ਦੇ ਵਿੱਚ ਖਬਰ ਦਿੱਤੀ ਸੀ, ਇਹ ਤਾਂ ਚਲੋ ਅਸੀਂ ਰਿਸ਼ਤੇਦਾਰ ਹਾਂ। ਇਹ ਥੋੜ੍ਹੀ ਦੇਰ ਪਹਿਲੇ ਇਹਨਾਂ ਦਾ ਇੱਕ ਐਕਸੀਡੈਂਟ ਹੋ ਗਿਆ ਸੀਗਾ ਤੇ CMC ਹਸਪੀਟਲ ਦੇ ਵਿੱਚ ਇਹਨਾਂ ਦਾ ਇਲਾਜ ਹੋਇਆ ਸੀ, ਕਿਉਂਕਿ ਗਵਰਨਮੈਂਟ ਦੇ ਹੈਗੇ ਨੇ, ਇਹਨਾਂ ਦਾ ਸਾਰਾ ਜਿਹੜਾ ਟ੍ਰੀਟਮੈਂਟ ਆਰਮੀ ਨੇ ਕਰਵਾ ਕੇ ਦਿੱਤਾ। ਉਸ ਤੋਂ ਬਾਅਦ ਆਂਟੀ ਮਤਲਬ ਆਪਣਾ 3-4 ਸਾਲ ਜੋ ਵੀ ਆਂਟੀ ਕਰ ਰਹੇ ਹੈਗੇ ਆ, ਤੁਹਾਨੂੰ ਪਤਾ ਵੀ ਨਹਿਰ ਤਾਂ ਤੁਸੀਂ ਦੇਖਿਆ ਹੀ ਆ, ਉੱਥੇ ਜਿਹੜਾ ਨਹਿਰ ਦੇ ਫਲਾਈਓਵਰ ਦੇ ਉੱਤੇ ਕੋਈ ਬੰਦਾ ਉੱਥੇ ਕਿਸੇ ਨੇ ਕੋਈ ਆਪਣਾ ਯੂਰੀਨ ਜਾਂ ਕੁਝ ਵੀ ਪਾਸ ਕਰਨਾ, ਉਹ ਤਾਂ ਨਹੀਂ ਕਰ ਸਕਦਾ। ਉਹਨਾਂ ਦੇ ਘਰ 'ਚ ਕੱਪੜੇ ਧੋਤੇ ਕੇ ਸਾਰਾ ਮਹੱਲਾ, ਇੱਕ ਵਾਰ ਤੁਸੀਂ ਇੱਕ ਬੜਾ ਦਿਖਾ ਸਕਦੇ ਹੋ, ਸਾਰਾ ਮਹੱਲਾ ਖੜਾ ਹੈਗਾ, ਸਾਰਾ ਮਹੱਲਾ ਖੜਾ ਵਾ। ਪੁੱਛੋ ਵੀ ਇਹਨਾਂ ਦੇ ਜਿਹੜੇ ਕੱਪੜੇ ਵੀ ਕੀ ਧੋਤੇ ਗਏ, ਕੀ ਇਹਨਾਂ ਦੀ ਸੇਵਾ ਪੀਣਾ ਸੀ। ਹੁਣ ਜਦ ਇਹਨਾਂ ਨੂੰ ਇਹ ਪਤਾ ਕਿ ਉੱਥੇ ਆਪਾਂ ਨੂੰ ਨਹਿਰ ਦੇ ਉੱਤੇ ਅਸੀਂ ਬੈਠੇ ਹਾਂ, ਆਪਾਂ ਨੂੰ ਹਰ ਚੀਜ਼ ਦਾ ਮਤਲਬ ਕਿਸੇ ਚੀਜ਼ ਦੀ ਕਮੀ ਨਹੀਂ ਆ, ਕੋਈ ਜਿਹੜੀ ਮਰਜ਼ੀ ਦੀ ਖਾਣਾ, ਮਰਜ਼ੀ ਦਾ ਕੋਈ ਦੁਨੀਆ ਦੀ ਫਿਕਰ ਫਾਕਾ ਨਹੀਂ ਹੈ। ਲੋਕਾਂ ਨੇ ਮਿਲਣਾ, ਰੋਜ਼ ਨਵੇਂ ਲੋਕਾਂ ਨਾਲ ਮਿਲਣਾ ਜੁਲਣਾ, ਘਰ ਦੀ ਇੱਕ ਮਤਲਬ ਇੱਕ ਬੰਦਸ਼ 'ਚ ਰਹਿਣਾ ਸ਼ੁਰੂ ਤੋਂ ਨਹੀਂ ਪਸੰਦ ਸੀ। ਯਾਨੀ ਕਿ ਜਿਹੜੇ ਆਪਣੀ ਮਾਤਾ ਨੇ, ਜੋ ਇਹਨਾਂ ਨੇ ਹੁਣੇ ਅੰਕਲ ਜੀ ਉਹਨਾਂ ਨੇ ਵੀ ਇਹ ਗੱਲ ਕਹੀ ਕਿ ਸਾਡੀ ਮਾਤਾ ਨੇ ਸਾਨੂੰ ਕਰਤਾ। ਦੇਖੋ, ਕੋਈ ਵੀ ਮਾਂ
ਨੂੰ ਆਪਣਾ ਪੁੱਤ, ਜਿਵੇਂ ਹੁਣ ਇਹਨਾਂ ਦਾ ਵੀ ਪੁੱਤ ਦੇ ਮਾਂ ਦੀ ਗੱਲ ਆ ਗਈ, ਪੁੱਤ ਨੂੰ ਦੁੱਖ ਲੱਗਿਆ। ਹੁਣ ਇੱਕ ਮਾਂ ਨੇ, ਜਿਵੇਂ ਕਹਿੰਦੇ ਸਾਡੀ ਮਾਂ ਨੇ ਸਾਨੂੰ ਕੱਢਿਆ ਸੀ, ਤੁਸੀਂ ਇਸ ਗੱਲ ਨੂੰ ਜਾਣਨ ਦੀ ਕੋਸ਼ਿਸ਼ ਕਰੋ, ਇੱਕ ਮਾਂ ਆਪਣੇ ਪੁੱਤ ਨੂੰ ਕਿਉਂ ਕੱਢੇਗੀ ਜਿਹੜਾ ਉਹਦਾ ਖੂਨ ਦਾ ਜਨਮਿਆ ਹੋਇਆ? ਜਾਂ ਤਾਂ ਪੁੱਤ ਕੋ ਪੁੱਤ ਹੋਊਗਾ, ਕੁਝ ਗਲਤੀਆਂ ਕਰ ਕੀਤੀਆਂ ਹੋਣਗੀਆਂ, ਗਲਤ ਕੁਝ ਇਦਾਂ ਦਾ ਰਸਤਾ ਇਖਤਿਆਰ ਕੀਤਾ, ਕਿਉਂਕਿ ਇਹਨਾਂ ਦੇ ਨਾਲ ਦਾ ਸਗਾ ਭਰਾ ਵੀ ਹੈਗਾ ਸੀ, ਉਹ ਵੀ ਨਾਲ ਇਸੇ ਘਰ ਦੇ ਨਾਲ ਰਹਿੰਦੇ, ਉਹ ਨਹੀਂ ਕਿਤੇ ਗਏ। ਇਹੀ ਕਿਉਂ ਗਏ? ਉਹਦਾ ਮੇਨ ਕਾਰਨ ਹੈਗਾ ਵਾ ਕਿ ਕਹਿਣ ਦਾ ਮਤਲਬ ਇਹ ਹੈ ਭਈ ਕੁਛ ਆਪਾਂ ਗਲਤੀਆਂ ਕਰਦੇ ਆ, ਉਹਦੇ ਕਰਕੇ ਮਾਤਾ ਨੇ ਇਹਨਾਂ ਨੂੰ ਉਹ ਕੀਤਾ। ਚਲੋ ਮਾਤਾ ਸੀਗੇ, ਪਰ ਆਂਟੀ ਦਾ ਸ਼ੁਰੂ ਤੋਂ ਘਰ ਰਹਿੰਦੇ ਸੀ, ਕੋਈ ਇੱਦਾਂ ਦੀ ਗੱਲ ਨਹੀਂ। ਹੁਣ ਆਂਟੀ ਦਾ ਤਾਂ ਬੱਚਾ ਨਾ ਪਿਆ, ਆਂਟੀ ਤਾਂ ਰਹਿੰਦੇ ਹੁੰਦੇ ਵੀ ਹੈਗੇ, ਆਂਟੀ ਆਉਂਦੇ ਜਾਂਦੇ ਰਹਿੰਦੇ, ਇੱਦਾਂ ਦੀ ਕੋਈ ਚੱਕਰ ਨਹੀਂ ਹੈ। ਇਹ ਤਾਂ ਆਂਟੀ ਮਤਲਬ ਇਹਦੀ ਕੁਦਰਤੀ ਹੁੰਦਾ ਜਦੋਂ ਦਿਲ ਕਿਤੇ। ਹੁਣ ਲੋਕਡਾਊਨ ਦਾ ਟਾਈਮ ਆ, ਤੁਸੀਂ ਆਪ ਦੱਸੋ, ਇਹ ਬਜ਼ੁਰਗ ਦੰਪਤੀ ਇਸ ਟਾਈਮ ਦੇ ਉੱਤੇ ਲੋਕਡਾਊਨ ਦੇ ਪੀਰੀਅਡ ਦੇ ਵਿੱਚ ਉੱਥੇ ਬੈਠੇ ਆ। ਕਰੋਨਾ 'ਚ ਅਸੀਂ ਕਹਿੰਦੇ ਆ ਵੀ ਬਜ਼ੁਰਗ ਬੰਦਿਆਂ ਨੂੰ ਬਾਹਰ ਨਹੀਂ ਜਾਣਾ ਚਾਹੀਦਾ, ਇਹ ਬਜ਼ੁਰਗ ਬੰਦੇ ਬਾਹਰ ਬੈਠੇ ਆ। ਤੁਸੀਂ ਇਹ ਦੱਸੋ, ਇਹਨਾਂ ਨੂੰ ਆਪਣੀ ਸਿਹਤ ਦਾ ਕੋਈ ਮਤਲਬ ਖਿਆਲ ਨਹੀਂ ਹੈਗਾ। ਤੇ ਇਹਨਾਂ ਸਾਰੀਆਂ ਗੱਲਾਂ ਨੂੰ ਮੁੱਖ ਰੱਖਦੇ ਦੇਖੋ ਤੁਹਾਡੇ ਸਾਹਮਣੇ ਹੁਣ ਸਾਰੀ ਚੀਜ਼ ਪਤਾ ਲੱਗ ਗਈ ਹੈਗੀ ਆ। ਔਰ ਮੈਂ ਤੁਹਾਡੇ ਚੈਨਲ ਦੇ ਮਤਲਬ ਰਾਹੀਂ ਲੋਕਾਂ ਅੱਗੇ ਕਰਦਾ ਵੀ ਜਿਹੜੀ ਆਪਣੀ ਮਦਦ ਆ, ਹਮੇਸ਼ਾ ਉਸ ਬੰਦੇ ਦੀ ਪਹਿਲੇ ਸੱਚ ਦੀ ਭਾਲਣਾ ਕਰੋ ਤੇ ਸੱਚੇ ਬੰਦੇ ਤੱਕ ਕਿਸੇ ਉਹ ਕਰੋ। ਇਹ ਨਾ ਹੋਵੇ ਵੀ ਨਜਾਇਜ਼ ਬੰਦਾ ਕੋਈ ਆਪਣਾ ਮਤਲਬ ਨੰਬਰ ਦੇ ਕੇ ਕਿਸੇ ਗੰਦੇ ਤੋਂ ਮਤਲਬ ਕੋਈ ਚੀਜ਼ ਦੀ ਮਤਲਬ ਆਵਸ਼ਕਤਾ ਦੀ ਪੂਰਤੀ ਕਰਦਾ ਰਹੇ। ਮੇਰੀ ਇਹੀ ਦੁਆ ਹੈਗੀ ਹੈ ਕਿ ਗਰੀਬ ਬੰਦੇ ਦੀ ਮਦਦ ਕਰੋ। ਇਹ ਨਾ ਹੋਵੇ ਵੀ ਐਵੇਂ ਕਿਸੇ ਬੰਦੇ ਕੋਲ ਸਭ ਕੁਝ ਹੁੰਦੇ ਸੁਣਦੇ ਵੀ ਮਤਲਬ ਉਹ ਬੰਦਾ ਮਤਲਬ ਮਦਦ ਦੀ ਗੁਹਾਰ ਲਾਵੇ। ਅੱਛਾ ਅੰਕਲ, ਸ਼ਰਾਬ ਪੀ ਕੇ ਨਸ਼ਾ ਕਰਕੇ ਘਰ ਦੇ ਵਿੱਚ ਖਰਾਬੀ ਵੀ ਕਰਦੇ ਨੇ, ਰੌਲਾ ਰੱਪਾ ਜਾਂ ਫਿਰ ਕੋਈ ਕੁੱਟਮਾਰ ਜਾਂ ਕੁਝ ਵੀ? ਕੁੱਟਮਾਰ ਦੇਖੋ ਗੱਲ ਇਦਾਂ ਵਾ, ਕੁੱਟਮਾਰ ਕੁਛ ਨਹੀਂ ਇਦਾਂ ਦੀ ਗੱਲ ਕਰਦੇ, ਕਿਉਂਕਿ ਜੇ ਸ਼ਰਾਬ ਪੀਂਦੇ ਹੈਗੇ ਉਹ ਨਹਿਰ ਤੇ ਹੁੰਦੇ, ਜ਼ਿਆਦਾਤਰ ਤੁਹਾਨੂੰ ਦੱਸਿਆ ਹੀ ਉਹ ਨਹਿਰ ਦੇ ਉੱਤੇ ਹੁੰਦੇ ਹੈਗੇ ਆ। ਕੋਈ ਬਚਪਨ ਤੋਂ ਨਹਿਰ ਤੇ ਉਹ ਨਹਿਰ ਤੇ ਉਹ ਲੇਟੇ ਆ, ਕੀ ਆ ਮਤਲਬ ਉਹ ਅਲੱਗ ਚੀਜ਼ ਹੈਗੀ ਨਾ। ਘਰ ਦੇ ਵਿੱਚ ਤਾਂ ਦੇਖੋ ਗੱਲ ਇਹ ਆ ਵੀ ਜਦੋਂ ਉਹਨਾਂ ਨੇ ਕੁਝ ਨਾ ਦੇਣਾ ਨਾ ਕੁਝ ਘਰ ਕਰਨਾ ਹੈਗਾ ਵਾ, ਤੇ ਉਹਦਾ ਮਤਲਬ ਕਿ ਹਾਂ ਜਦੋਂ ਆਣਗੇ ਕ੍ਰੋਧ ਉਹਨਾਂ ਦਾ ਪੂਰਾ ਆਪਣਾ ਉੱਦਾਂ ਹੀ ਆ। ਜਿਵੇਂ ਕਹਿੰਦੇ ਅਰਬ ਆਰਮੀ ਦੇ ਬੰਦੇ ਹੁੰਦੇ ਆ, ਕ੍ਰੋਧ ਉਹਨਾਂ ਦਾ ਉੱਦਾਂ ਹੀ ਹੈਗਾ। ਤੇ ਉਹ ਆਪਣੀ ਮਤਲਬ ਉਹ ਬਜ਼ੁਰਗ ਹੋ ਗਏ, ਆਪਣਾ ਕ੍ਰੋਧ ਉਹਨਾਂ ਦਾ। ਅਸੀਂ ਹੁਣ ਗੱਲ ਇਹ ਆ ਵੀ ਉਮਰ ਦੇ ਹਿਸਾਬ, ਤਜਰਬੇ ਦੇ ਹਿਸਾਬ ਨਾਲ ਹਰ ਬੰਦਾ ਨੂੰ ਚੇਂਜ ਹੋ ਜਾਣਾ ਚਾਹੀਦਾ। ਪਰ ਅੱਜ ਦੇਖੋ, ਅੱਜ ਕਰੋਨਾ ਕਾਲ ਦੇ ਅੰਦਰ ਆਂਟੀ ਦੀ ਵੀ ਸਿਹਤ ਜੇ ਖਰਾਬ ਹੁੰਦੀ ਆ, ਅੰਕਲ ਇਸ ਗੱਲ ਨੂੰ ਨਹੀਂ ਸੋਚਦੇ। ਅੱਜ ਉਹਨਾਂ ਨੂੰ ਚਾਹੀਦਾ ਹੈਗਾ ਵਾ ਵੀ ਅੱਜ ਉਹ ਆਪਣੀ ਪਤਨੀ ਨੂੰ ਲੈ ਕੇ ਕਿਸੇ ਵੀ ਕਿਸਮ ਦਾ ਰਿਸਕ ਨਾ ਲੈਣ। ਦੇਖੋ ਇਸ ਟਾਈਮ ਦੇ ਉੱਤੇ ਸਿਹਤ ਬਹੁਤ ਜ਼ਰੂਰੀ ਹੈ, ਠੀਕ ਹੈ ਨਾ। ਇਸ ਟਾਈਮ ਦੇ ਉੱਤੇ ਆਪਣੇ ਘਰ ਪਰਿਵਾਰ ਦੇ ਅੰਦਰ ਰਹਿਣ, ਆਪਣੇ ਬੱਚਿਆਂ ਦਾ ਧਿਆਨ ਰੱਖਣ। ਸਾਰਿਆਂ ਨਾਲ ਬੱਚਿਆਂ ਨੂੰ ਮਾਂ-ਬਾਪ ਦੀ ਲੋੜ ਹੁੰਦੀ ਆ, ਮਾਂ-ਬਾਪ ਨੂੰ ਬੱਚਿਆਂ ਦੀ ਲੋੜ ਹੁੰਦੀ ਆ, ਤੇ ਇਸ ਤਰ੍ਹਾਂ ਦੀ ਮਤਲਬ ਚੀਜ਼ ਤੋਂ ਗੁਰੇਜ਼ ਨਾ ਕਰਨ। ਅੱਛਾ, ਹੁਣ ਮੀਡੀਆ ਦੇ ਵਿੱਚ ਤਾਂ ਇਹ ਗੱਲਾਂ ਹੋ ਹੀ ਗਈਆਂ ਨੇ, ਸਾਰਾ ਕੁਝ ਸਾਹਮਣੇ ਆ ਗਿਆ। ਤੁਸੀਂ ਹੁਣ ਜਿਵੇਂ ਆਂਟੀ ਕਹਿੰਦੇ ਕਿ ਮੈਂ ਤਾਂ ਤਿਆਰ ਹਾਂ ਆਉਣ ਨੂੰ, ਹਨਾ, ਤਾਂ ਫਿਰ ਸਾਰਾ ਪਰਿਵਾਰ ਅੰਕਲ ਨੂੰ ਰਿਕੁਐਸਟ ਕਰੇਗਾ ਜਾਂ ਕਿਵੇਂ ਉਹਨਾਂ ਨੂੰ ਘਰੇ ਲੈ ਕੇ ਆਉਂਗੇ? ਜੀ ਅੰਕਲ ਤਾਂ ਅੱਜ ਤੁਹਾਡੇ ਨਾਲ ਗੱਲ ਕਰਨ ਲਈ ਤਿਆਰ ਨਹੀਂ ਹੈ। ਅੰਕਲ ਫੋਨ ਨਹੀਂ ਚੱਕਦੇ ਹੈਗੇ ਨੇ। ਅੰਕਲ ਜੀ ਅੱਜ ਕੀ ਪਤਾ ਹੁਣ ਪੀ ਕੇ ਬੈਠੇ ਹੋਣ, ਉਹਨਾਂ ਦੇ ਦਿਲ 'ਚ ਹੈ ਹੀ ਨਹੀਂ ਹੈਗਾ ਇਸ ਟਾਈਮ 'ਤੇ। ਉਹ ਕਹਿੰਦੇ ਜਿਹੜਾ ਆਊਗਾ ਦੇਖ ਲਾਂਗੇ। ਮੇਰੀ ਗੱਲ ਨੂੰ ਸਮਝੋ ਨਾ। ਦੇਖੋ ਕ੍ਰੋਧ ਤਾਂ ਹੁਣ ਇਹ ਗੱਲ ਰਿਕੁਐਸਟ ਆ, ਜਿਨ੍ਹਾਂ ਨੂੰ 42 ਸਾਲ ਤੋਂ ਉਹਨਾਂ ਨੇ ਆਪਣੀ ਮਾਤਾ ਦਾ ਕਹਿਣਾ ਨਹੀਂ ਮੰਨਿਆ, ਆਪਣੇ ਪੁੱਤਰ ਦਾ ਕਹਿਣਾ ਨਹੀਂ ਮੰਨਿਆ, ਤੇ ਹੁਣ ਤੁਹਾਨੂੰ ਲੱਗਦਾ ਕਿ ਇਦਾਂ ਦੀ ਕਿਸੇ ਗੱਲ ਤੋਂ ਬਾਅਦ ਜਦੋਂ ਅੰਕਲ ਜੀ ਨੂੰ ਪਤਾ ਕਿ ਮੇਰਾ ਪਰਦਾਫਾਸ਼ ਹੋ ਗਿਆ ਜਾਂ ਆਹ ਚੀਜ਼ ਹੋ ਗਈ, ਅੰਕਲ ਕੋਈ ਇਦਾਂ ਦੀ ਮਤਲਬ ਗੱਲ ਨੂੰ ਕਰਨਗੇ? ਤੁਸੀਂ ਆਪ ਦੱਸੋ। ਅਸੀਂ ਸਾਡੇ ਵੱਲ ਤਾਂ ਰਿਕੁਐਸਟ ਹੈਗੀ ਆ, ਇਹਨਾਂ ਦੇ ਪਰਿਵਾਰ ਦੀ ਵੀ ਰਿਕੁਐਸਟ ਹੈ ਕਿ ਅੰਕਲ ਆਂਟੀ ਸਾਡੇ ਕੋਲ ਰਹਿਣ, ਸਾਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਹੈ, ਠੀਕ ਹੈ ਨਾ ਜੀ। ਸੋ ਬਿਲਕੁਲ ਇਹ ਸੀ ਉਹ ਬਜ਼ੁਰਗ ਜੋੜਾ ਜਿਨ੍ਹਾਂ ਨੇ ਸ਼ਰੇਆਮ ਝੂਠ ਬੋਲ ਦਿੱਤਾ ਸੀ, ਤੇ ਅੱਜ ਅਸੀਂ ਤੁਹਾਡੇ ਸਾਹਮਣੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੱਢ ਦਿੱਤਾ। ਇਹਨਾਂ ਦੇ ਬੇਟੇ ਨੇ ਖੁਦ ਕਿਹਾ ਕਿ ਉਹ ਇਹਨਾਂ ਨੂੰ ਆਪਣੇ ਘਰ ਆਉਣ ਲਈ ਕਹਿੰਦੇ ਨੇ, ਤੇ ਹੁਣ ਇਹਨਾਂ ਨੇ ਵੀ ਸਵੀਕਾਰ ਕੀਤਾ ਕਿ ਉਹ ਅੱਗੇ ਤੋਂ ਇਹੀ ਜਿਹੜੀ ਗਲਤੀਆਂ ਨਹੀਂ ਕਰਨਗੇ ਤੇ ਇਹਨਾਂ ਦੇ ਘਰ ਆ ਕੇ ਰਹਿਣਗੇ। ਕੈਮਰਾਮੈਨ ਅਮਿਤ ਖੰਨਾ ਦੇ ਨਾਲ ਮੈਂ ਸਿਮਰਨ ਕੌਰ, ਲੁਧਿਆਣਾ।